ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸ਼ਰਮ ਅਸਾੜੀ ਜੀਓ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ। ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਕ੍ਰਿਤੀ ਸ਼ਲੋਕਾਂ ਦਾ ਪਹਿਲਾ ਸ਼ਲੋਕ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡਗੰਥੀ ਸਾਹਿਬ ਉਹਨਾਂ ਕੋਲੋਂ ਆਪਨੇ ਸਰਵਣ ਕੀਤਾ ਹੈ। ਵਿਚਾਰ ਆਰੰਭ ਕਰਨ ਤੋਂ ਪ੍ਰਥਮ ਇੱਕ ਤੋਂ ਬੇਨਤੀਆਂ ਆਪ ਨਾਲ ਸਾਂਝੀਆਂ ਕਰਾਂ। ਗੁਰਬਾਣੀ ਨੇ, ਗੁਰੂਆਂ ਦੇ ਵਿਚਾਰ ਨੇ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਬਣਾ ਦਿੱਤਾ ਹੈ, ਇੱਕ ਬਚਨ ਕਹਿ ਕੇ ਕਿ ਜਗਤ ਇੱਕ ਪਰਿਵਾਰ ਹੈ। ਤੇਰੇ ਭਾਣੇ ਸਰਬੱਤ ਕਾ ਭਲਾ। ਜੇ ਤੇਰੇ ਭਾਣੇ ਸਰਬੱਤ ਕਾ ਭਲਾ ਹੈ, ਐਵੇਂ ਨਹੀਂ ਕਹਿ ਦਿੱਤਾ, ਇਹਨੂੰ ਕੋਈ ਕਾਵਿ ਦਾ ਤਖੱਯਲ ਨਾ ਸਮਝ ਲੈਣਾ। ਇੱਕ ਮਹਾਨ ਆਲਮ ਨੇ ਕਿਹਾ ਸੀ, ਤੁਸੀਂ ਇੱਕ ਫੁੱਲ ਨੂੰ ਛੋਹ ਲਿਆ ਤੇ ਸੂਰਜ ਨੂੰ ਛੋਹ ਲਿਆ। ਪੁੱਛਿਆ ਕਿਵੇਂ? ਕਹਿਣ ਲੱਗੇ ਜੁੜੇ ਹੋਏ ਨੇ, ਕੋਈ ਦੂਰੀ ਦੂਰੀ ਨਹੀਂ, ਸਭ ਕੁਛ ਜੁੜਿਆ। ਸੂਰਜ ਚੜ੍ਹਦਾ ਤੇ ਕਬਲ ਖਿੜਦਾ, ਸੂਰਜ ਅਸਤ ਹੋ ਜਾਂਦਾ, ਕਬਲ ਬੰਦ ਹੋ ਜਾਂਦਾ। ਮੇਰੀ ਇੱਕ ਉਂਗਲੀ ਵੀ ਦੁਖਦੀ ਹੋਵੇ ਤੇ ਬਾਕੀ ਸਰੀਰ ਸੁਖੀ ਕਿਵੇਂ ਰਹਿ ਸਕਦਾ? ਕਿਤੇ ਵੀ ਕਿਸੇ ਨੂੰ ਦੁੱਖ ਹੋਵੇ, ਮੈਂ ਸਮਝਣਾ ਨੇਪਾਲ ਵਿੱਚ ਜੇਕਰ ਇਹ ਰੱਬੀ ਆਫਤ ਆਈ ਤੇ ਜੇ ਸਾਰਾ ਹੀ ਸੰਸਾਰ ਦੌੜ ਪਵੇ, ਸਮਝੇ ਕਿ ਸਾਡਾ ਆਪਣਾ ਪਰਿਵਾਰ ਹੈ। ਸੰਸਾਰ ਛੋਟਾ ਨਹੀਂ, ਪੈਸੇ ਦੀ ਘਾਟ ਨਹੀਂ, ਤੇ ਚੰਦ ਦਿਨਾਂ 'ਚ ਮਕਾਨ ਵੀ ਬਣ ਜਾਂਦੇ ਨੇ, ਕੋਈ ਭੁੱਖਾ ਵੀ ਨਾ ਰਹੇ। ਪਰ ਨਹੀਂ, ਜੋ ਹੋਣਾ ਚਾਹੀਦਾ, ਜਿੰਨਾ ਛੇਤੀ ਹੋਣਾ ਚਾਹੀਦਾ, ਜੇ ਕਿਤੇ ਗੁਰੂ ਨਾਨਕ ਦੇਵ ਦੇ ਬਚਨ ਵੱਲ ਧਿਆਨ ਦਿੱਤਾ ਜਾਏ ਤੇ ਕਿਸੇ ਨੂੰ ਕਹਿਣਾ ਨਹੀਂ ਪਵੇਗਾ ਕਿ ਬੌੜੋ, ਨਹੀਂ, ਆਪਣੇ ਆਪ ਹੀ ਜਿੱਥੇ ਲੋੜ ਹੈ। ਅਸੀਂ ਤੇ ਨਿੱਤ ਇਹ ਗੱਲ ਕਹਿੰਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਦੇਗ ਫਤਿਹ। ਖਾਲਸੇ ਦੀ ਰਿਆਇਤ ਕਿਉਂ? ਮਲਾਹ ਬਿਮਾਰ ਹੋ ਗਿਆ ਤੇ ਬੇੜੀ ਪਾਰ ਕੌਣ ਲਿਜਾਏਗਾ? ਵੈਦ ਬਿਮਾਰ ਹੋ ਜਾਏ, ਇਲਾਜ ਕੌਣ ਕਰੇਗਾ? ਪਹਿਰੇਦਾਰੀ ਬਿਮਾਰ ਹੋ ਜਾਏ, ਸਭ ਨੂੰ ਜਾਗਣਾ ਪਵੇਗਾ। ਗੁਰਦੁਆਰਾ ਸਾਹਿਬ ਤੋਂ ਵਾਰ-ਵਾਰ ਸਿੰਘ ਸਾਹਿਬ ਜਦੋਂ ਅਨਾਊਂਸ ਕਰਦੇ ਨੇ, ਮੈਨੂੰ ਧਿਆਨ ਆਇਆ, ਮੇਰੇ ਪਾਤਸ਼ਾਹ ਤੇਰੇ ਦਰ ਤੋਂ ਹੀ ਇਹ ਆਵਾਜ਼ ਉੱਠਦੀ ਔਰ ਸਭ ਤੋਂ ਪਹਿਲੇ ਉੱਠਦੀ ਹੈ, ਤੇਰੇ ਭਾਣੇ ਸਰਬੱਤ ਕਾ ਭਲਾ। ਕਿੱਥੇ ਕੋਈ ਮੁਸੀਬਤ ਵਿੱਚ ਹੈ, ਭਾਵੇਂ ਉਹਦਾ ਕੋਈ ਮਜ਼ਹਬ ਹੈ, ਕੋਈ ਜਾਤ ਹੈ, ਮਨੁੱਖ ਤੇ ਹੈ ਨਾ। ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ। ਸਿੱਖ ਜਗਤ ਬਹੁਤ ਜ਼ਿਆਦਾ ਯੋਗਦਾਨ ਪਾ ਰਿਹਾ, ਹਰ ਇੱਕ ਪ੍ਰਾਣੀ ਨੂੰ ਚਾਹੀਦਾ। ਆਓ ਵਿਚਾਰ ਆਰੰਭ ਕਰਨ ਲੱਗਿਆਂ ਕੁਛ ਆਰੰਭਕ ਬੇਨਤੀਆਂ। ਇਸ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ, ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ। ਸੰਸਕ੍ਰਿਤ ਨਹੀਂ, ਸੰਸਕ੍ਰਿਤੀ ਹੈ। ਸੰਸਕ੍ਰਿਤੀ ਕੁਛ ਭਾਸ਼ਾ ਦਾ ਮਿਸ਼ਰਣ ਹੈ। ਮਾਗਧੀ, ਗਾਥਾ, ਪਾਲੀ, ਪ੍ਰਾਕਿਰਤ। ਸੰਸਕ੍ਰਿਤ ਦਾ ਵਿਆਕਰਨ ਵੀ ਇੱਥੇ ਲਾਗੂ ਨਹੀਂ ਹੁੰਦਾ।
स्वामी दयानंद ਇਹੋ ਗੱਲ ਕਹਿ ਗਏ ਨਾ ਕਿ ਗੁਰੂ ਨਾਨਕ ਦੇਵ ਸੰਸਕ੍ਰਿਤ ਨਹੀਂ ਸਨ ਪੜ੍ਹੇ ਜੀ, ਨਹੀਂ ਤੇ ਭਯੰਗ ਨੂੰ ਭਾਉ ਕਿਉਂ ਲਿਖਦੇ। ਇਹਦਾ ਜਵਾਬ ਇੱਕੋ ਹੀ ਸੀ ਕਿ ਸੰਸਕ੍ਰਿਤ ਦਾ ਵਿਆਕਰਨ ਲਾਗੂ ਨਹੀਂ ਹੁੰਦਾ, ਉਹ ਭਾਸ਼ਾ ਵਿਗਿਆਨ ਪੜ੍ਹਾਉਣ ਨਹੀਂ ਸਨ ਆਏ। ਇੱਕ ਬੇਨਤੀ ਧਿਆਨ 'ਚ ਲੈਣੀ, ਭਾਸ਼ਾ ਕੋਈ ਵੀ ਹੋਵੇ ਬੜੀ ਪਿਆਰੀ ਚੀਜ਼ ਹੈ। ਅੱਖਰ ਨੇ ਇੱਕ ਮਾਧਿਅਮ ਵਸੀਲਾ ਕਿ ਕੁਛ ਯਾਦ ਰਹਿ ਜਾਏ, ਗੱਲ ਭੁੱਲ ਨਾ ਜਾਏ, ਉਹਨੂੰ ਨੋਟ ਕਰ ਲਵਾਂ, ਯਾਦ ਰਹਿ ਜਾਏ। ਗੁਰੂ ਸਾਹਿਬ ਜੀ ਨੇ ਬਾਣੀ 'ਚ ਵੀ ਗੱਲ ਕਹਿ ਦਿੱਤੀ, ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰ ਸਿਰ ਸੰਜੋਗ ਵਖਾਣ। ਅੱਖਰ ਰੱਬ ਦੀ ਦਾਤ ਹਨ, ਲੇਕਿਨ ਇਹ ਅਭਿਮਾਨ ਹੋਣਾ ਕਿ ਮੇਰੇ ਅੱਖਰ ਹੀ ਸਭ ਤੋਂ ਉੱਤਮ ਨੇ। ਇੱਥੇ ਕਥਾਨਕਾ ਲਿਖ ਦਿੱਤੇ, ਉਹ ਕਥਾਨਕਾ ਦੀ ਜ਼ਰੂਰਤ ਨਹੀਂ। ਵਿਦਵਾਨਾਂ ਨੂੰ ਬੇਨਤੀ ਕਰੋ ਨਾ ਸੁਣਾਇਆ ਕਰੋ। ਦੋ ਬ੍ਰਾਹਮਣ ਆਏ ਕਾਂਸ਼ੀ ਤੋਂ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਕਰਨ ਵਾਸਤੇ ਬਾਣੀ ਉਚਾਰਨ ਕਰ ਦਿੱਤੀ। ਹੱਦ ਹੋ ਗਈ। ਇਹੋ ਤਾਂ ਗੱਲ ਬ੍ਰਾਹਮਣ ਕਹਿੰਦਾ ਸੀ ਕਿ ਬ੍ਰਾਹਮਣ ਸਾਰੇ ਮਖਲੂਕਾਤ ਤੋਂ ਉੱਤਮ, ਸ੍ਰਿਸ਼ਟੀ ਵਿੱਚੋਂ ਬ੍ਰਾਹਮਣ ਉੱਤਮ ਤੇ ਭਾਸ਼ਾ ਵਿੱਚੋਂ ਸੰਸਕ੍ਰਿਤ ਉੱਤਮ। ਇਹਦਾ ਭਾਵ ਬ੍ਰਾਹਮਣਾਂ ਨੂੰ ਉਪਦੇਸ਼ ਕਰਨ ਵਾਸਤੇ ਗੁਰੂ ਸਾਹਿਬ ਨੂੰ ਇਹ ਸੰਸਕ੍ਰਿਤ ਉਚਾਰਨ ਕਰਨੀ ਪਈ। ਪਹਿਲੀ ਤੇ ਗੱਲ ਇੱਥੇ ਗਲਤ ਹੋ ਗਈ ਕਿ ਸੰਸਕ੍ਰਿਤ ਹੈ ਨਹੀਂ, ਇਹ ਸਾਰੇ ਜਗਤ ਵਾਸਤੇ ਉਪਦੇਸ਼ ਹੈ। ਇਹ ਭੁਲੇਖਾ ਵਾਰ-ਵਾਰ ਪਾਇਆ ਗਿਆ। ਗੁਰੂ ਨਾਨਕ ਦੇਵ ਜੀ ਨੇ ਪਹਿਲੇ ਹੀ ਕੱਢ ਦਿੱਤਾ। ਜਪਜੀ ਸਾਹਿਬ 'ਚ ਇੱਕ ਪੰਕਤੀ ਪੜ੍ਹੋ, ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ, ਪਾਖਿਆ ਬੋਲੀ ਭਾਉ ਪ੍ਰੇਮ ਅਪਾਰ। ਪ੍ਰਭੂ ਦੀ ਭਾਸ਼ਾ ਕਿਹੜੀ ਹੈ? ਬਸ ਸੁਣਿਆ, ਦੋ ਸੈਨਿਕ ਗੱਲ ਕਰ ਰਹੇ ਸਨ ਫਸਟ ਵਰਲਡ ਵਾਰ ਤੋਂ ਬਾਅਦ। ਅੰਗਰੇਜ਼ ਜਿੱਤ ਗਏ, ਜਰਮਨੀ ਵਾਲੇ ਹਾਰ ਗਏ। ਕਿ ਜਰਮਨੀ ਪੁੱਛਦਾ ਫੌਜੀ, ਕਹਿੰਦਾ ਸਮਾਨ ਤੇ ਸਾਡੇ ਕੋਲ ਵੀ ਬਹੁਤ ਸੀ, ਲੜੇ ਤੇ ਅਸੀਂ ਵੀ ਬਹੁਤ, ਪਤਾ ਨਹੀਂ ਅਸੀਂ ਕਿਉਂ ਹਾਰ ਗਏ। ਅੰਗਰੇਜ਼ ਕਹਿੰਦਾ ਅਸੀਂ ਪ੍ਰੇਅਰ ਕਰਦੇ ਸਾਂ, ਅਸੀਂ ਅਰਦਾਸ ਕਰਦੇ ਸਾਂ। ਜੋ ਕਹਿਣ ਲੱਗਾ ਉਹ ਤੇ ਅਸੀਂ ਵੀ ਕਰਦੇ ਸਾਂ। ਕਹਿਣ ਲੱਗਾ ਕਿਸ ਭਾਸ਼ਾ ਕਿਸ ਲੈਂਗੁਏਜ ਵਿੱਚ ਕਰਦੇ ਸਾਂ? ਕਹਿਣ ਲੱਗਾ ਜਰਮਨੀ 'ਚ। ਕਹਿਣ ਲੱਗਾ ਤਾਂ ਹੀ ਮਾਰੇ ਰੱਬ ਨੂੰ ਅੰਗਰੇਜ਼ੀ ਆਉਂਦੀ ਹੈ, ਸਿਰਫ ਜਰਮਨੀ ਤੇ ਉਹਨੂੰ ਆਉਂਦੀ ਨਹੀਂ, ਤੁਹਾਡੀ ਸੁਣੀ ਨਹੀਂ, ਤੁਹਾਡੀ ਤੇ ਗੱਲ ਸਮਝੀ ਨਹੀਂ। ਹੁਣ ਮੁੱਲਾ ਇਹੋ ਕਹਿੰਦਾ ਸੀ ਉਹ ਤੇ ਅਰਬੀ ਜਾਣਦਾ, ਪਰਮਾਤਮਾ ਦੁਆ ਸੁਣਦਾ ਸਿਰਫ ਅਰਬੀ 'ਚ। ਬ੍ਰਾਹਮਣ ਕਹਿੰਦਾ ਸੀ ਸੰਸਕ੍ਰਿਤ ਵਿੱਚ, ਗੁਰੂ ਸਾਹਿਬ ਕਹਿੰਦੇ ਨੇ ਪ੍ਰੇਮ ਵਿੱਚ। ਭਾਸ਼ਾ ਸਾਰੀਆਂ ਹੀ ਪਿਆਰੀਆਂ ਨੇ, ਲੇਕਿਨ ਭਾਸ਼ਾ ਨੂੰ ਗੁਮਾਨ ਬਣਾ ਕੇ ਬੈਠ ਜਾਣਾ। ਮੈਂ ਇੱਥੇ ਤੱਕ ਸੋਚਣਾ ਜੇ ਵੇਦ ਉੱਤਮ ਗ੍ਰੰਥ ਸਨ ਤੇ ਬੱਚਾ ਬੱਚਾ ਪੜ੍ਹਿਆ ਹੁੰਦਾ। ਗੀਤਾ ਉੱਤਮ ਸੀ, ਹਰ ਬੱਚਿਆਂ ਨੂੰ ਗਿਆਨ ਹੁੰਦਾ, ਪਰ ਕਿਉਂ ਨਹੀਂ ਹੋਇਆ? ਕਿਸ ਦਾ ਗੁਣਾ ਹੈ? ਲੋਕ ਭਾਸ਼ਾ ਇਹਨੂੰ ਕਿਉਂ ਨਹੀਂ ਬਣਨ ਦਿੱਤਾ? ਹੱਦ ਹੋ ਗਈ। ਕੌਣ ਪੜ੍ਹੇ? ਕੰਨਾਂ 'ਚ ਸਿੱਕਾ ਕੌਣ ਪਵਾਏ? ਜ਼ੁਬਾਨ ਕੌਣ ਕਟਾਏ? ਗੁਰੂ ਸਾਹਿਬ ਜੀ ਨੇ ਕਿਹਾ ਰੱਬੀ ਗਿਆਨ ਜਿਸ ਭਾਸ਼ਾ ਨੂੰ ਕੋਈ ਸਮਝਦਾ, ਸਧਾਰਨ ਤੋਂ ਸਧਾਰਨ ਭਾਸ਼ਾ ਕੋਈ ਵੀ ਫਿਰ ਮਾੜੀ ਚੰਗੀ ਨਹੀਂ। ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਕਾਵਿ ਬਣ ਗਈਆਂ ਹੋਰ ਵੀ ਵਰਤੀਆਂ ਨੇ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਸ਼ਾ ਵਿਗਿਆਨ ਨਾਲ ਇੰਜ ਕਸਵੱਟੀ ਤੇ ਲਾਉਣਾ ਬਿਲਕੁਲ ਗਲਤ ਹੋਵੇਗਾ। ਇਸ ਬਾਣੀ ਨੂੰ ਵਿਦਵਾਨਾਂ ਨੇ ਕਿਹਾ ਸਦੂਕੜੇ। ਸਦੂਕੜੀ ਦਾ ਅਰਥ ਕੀ ਹੁੰਦਾ? ਸਾਧੂਆਂ ਦੀ ਭਾਸ਼ਾ। ਹਰ ਇਲਾਕੇ 'ਚ ਸਮਝੀ ਜਾਂਦੀ ਸੀ। ਜਿੱਥੇ ਵੀ ਜਾਣ ਸਾਧੂ ਹਰ ਥਾਂ ਫਿਰਦੇ ਰਹਿੰਦੇ ਸਨ। ਉਹਨਾਂ ਦੇ ਸ਼ਬਦ ਵੀ ਰਲੇ ਮਿਲੇ ਸਨ। ਮਕਸਦ ਸੇਵਲ ਇੱਕ ਸੀ ਕਿ ਪਰਮਾਤਮਾ ਨਾਲ ਬੰਦਾ ਜੁੜ ਜਾਏ, ਉਸ ਦੀ ਸਿਫਤ ਸਲਾਹ ਹੋਏ, ਤੇ ਜੋ ਪਹਿਲੇ ਮੈਂ ਬੇਨਤੀ ਕੀਤੀ ਹੈ ਸਰਬੱਤ ਦਾ ਭਲਾ ਮੰਗਣ ਜੋਗਾ ਹੋ ਜਾਏ। ਜਿਸ ਨੂੰ ਜ਼ਾਤ ਦਾ ਗੁਮਾਨ ਹੋਵੇ, ਜਿਸ ਨੂੰ ਆਪਣੇ ਗੁਣਾਂ ਦਾ ਗੁਮਾਨ ਹੋਵੇ, ਵਿਦਿਆ ਦਾ ਗੁਮਾਨ ਹੋਵੇ, ਉਹ ਹੰਕਾਰੀ ਕੀ ਭਲਾ ਮੰਗੇਗਾ? ਸਤਿਗੁਰਾਂ ਨੇ ਜੋ ਉਪਦੇਸ਼ ਦਿੱਤਾ ਹੈ। ਔਰ ਇਹ ਸਲੋਕਾਂ ਦੇ ਨਾਲ ਇੱਕ ਜ਼ਰੂਰੀ ਬੇਨਤੀ ਹੋਰ, ਤੁਸੀਂ ਹੈਰਾਨ ਹੋਵੋਗੇ ਜੇ ਧਿਆਨ ਕਿਸੇ ਸੱਜਣ ਦਾ ਗਿਆ ਹੋਵੇ, ਇੱਕ ਪਾਸੇ ਸੰਸਕ੍ਰਿਤੀ ਸ਼ਲੋਕ ਪੜ੍ਹੋ,
ਜੈਤਸਰੀ ਦੀ ਵਾਰ ਇੱਕ ਐਸੀ ਵਾਰ ਹੈ ਜਿਸ ਵਿੱਚ ਪਹਿਲੇ 2 ਸ਼ਲੋਕ ਗੁਰੂ ਅਰਜਨ ਦੇਵ ਜੀ ਦੇ, ਪੌੜੀ ਵੀ ਉਹਨਾਂ ਦੀ ਉਚਾਰਨ ਕੀਤੀ ਹੋਈ, ਭਾਵ ਅਰਥ ਵੀ ਇੱਕ। ਉਹ ਪਹਿਲਾ ਸ਼ਲੋਕ ਜਿਹੜਾ ਬਿਲਕੁਲ ਸੰਸਕ੍ਰਿਤੀ ਸ਼ਲੋਕਾਂ ਨਾਲ ਮਿਲਦਾ ਹੋਇਆ, ਮੈਂ ਸੁਣਾ ਦਿਆਂ ਆਪ ਨੂੰ। ਬਸੰਤ ਸਵਰਗ ਲੋਕ ਹੈ। ਹੁਣ ਸੰਸਕ੍ਰਿਤੀ ਸ਼ਲੋਕਾਂ ਨੂੰ ਤੁਸੀਂ ਪੜ੍ਹੋ, ਜੇ ਕੋਈ ਜਾਣਦਾ ਨਹੀਂ ਨਾ, ਉਹ ਵਿੱਚ ਪੜ੍ਹਦੇ ਹੋ ਪਤਾ ਨਹੀਂ ਲੱਗੇਗਾ ਕਿ ਸੰਸਕ੍ਰਿਤੀ ਸ਼ਲੋਕ ਹੈ ਜਾਂ ਹੋਰ ਕੁਛ ਹੈ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ, ਬਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਨੀ ਉਦਿਆਨ ਭਰਮਨ ਹੈ। ਆ ਵਿਚਾਰ ਆਰੰਭ ਕਰੀਏ। ਸਭ ਤੋਂ ਪਹਿਲੇ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅਕਾਲ ਪੁਰਖ ਦਾ ਮੰਗਲ ਕੀਤਾ ਹੈ। ਇੱਕ ਓੰਕਾਰ ਪਰਮਾਤਮਾ ਓੰਗ ਹੈ। ਓੰਗ ਦੇ 3 ਅਰਥ ਕੀਤੇ ਗਏ ਸਨ, ਬ੍ਰਹਮਾ ਵਿਸ਼ਨ ਮਹੇਸ਼। ਓੰਗ ਪਵਿੱਤਰ ਸਮਝ ਕੇ ਸਭ ਤੋਂ ਪਹਿਲੇ ਅੱਖਰ ਵਰਤਿਆ ਜਾਂਦਾ ਸੀ। ਓੰਗ ਦਾ ਅਰਥ ਸੀ ਹਾਂ ਜੀ, ਪਰ ਇੱਥੇ ਸਤਿਗੁਰਾਂ ਕਿਹਾ ਪਰਮਾਤਮਾ ਇੱਕ ਹੈ, ਸਦਾ ਇੱਕ ਰਸ ਰਹਿੰਦਾ। ਕਾਰ ਇੱਕ ਪਛੇਤਰ ਹੈ ਸੰਸਕ੍ਰਿਤ ਦਾ, ਲੱਗ ਜਾਏ ਮਗਰ ਤੇ ਇੱਕ ਰਸ। ਇੱਕ ਓੰਕਾਰ ਸਤਨਾਮ, ਉਹ ਸਦਾ ਸਤ ਹੈ ਤੇ ਨਾਮ ਦਾ ਅਰਥ ਹੈ ਹਸਤੀ ਹੈ। ਪਰਮਾਤਮਾ ਸਤਾ ਹੈ, ਸੰਗਿਆ ਨਹੀਂ, ਸਤਾ ਹੈ। ਕਰਤਾ ਪੁਰਖ ਸਰਵ ਵਿਆਪਕ ਹੈ। ਕਰਤਾ ਦੇ ਨਾਲ ਪੁਰਖ ਕਹਿ ਦਿੱਤਾ। ਪੁਰਖ ਦਾ ਅਰਥ ਇੱਥੇ ਮੇਲ ਫੀਮੇਲ ਵਾਲੀ ਗੱਲ ਨਹੀਂ, ਉੱਥੇ ਇੱਥੇ ਅਰਥ ਹੈ ਸਰਵ ਵਿਆਪਕ। ਉਸ ਨੂੰ ਕੁਛ ਕਰਨਾ ਨਹੀਂ ਪੈਂਦਾ, ਉਸ ਵਿੱਚੋਂ ਹੁੰਦਾ ਤੇ ਕਿਰਤ ਦੇ ਵਿੱਚ ਉਹ ਆਪ ਬੈਠਾ ਹੈ। ਨਿਰਭਉ, ਕਿਸੇ ਕੋਲੋਂ ਡਰਦਾ ਨਹੀਂ। ਅਸਲ 'ਚ ਡਰਦਾ ਉਹ ਹੈ ਜਿਹੜਾ ਮਰ ਜਾਏ। ਜਿਹੜਾ ਮਰੇ ਨਾ, ਡਰ ਵੀ ਮੁੱਕ ਜਾਂਦਾ। ਡਰਾਂ ਦਾ ਮੁਜੱਸਮਾ, ਸਾਰੇ ਡਰ ਜੋੜ ਲਓ ਤੇ ਮੌਤ ਬਣਦੀ ਹੈ, ਪਰ ਉਹ ਤੇ ਅਬਿਨਾਸ਼ੀ ਹੈ। ਨਿਰਭਉ ਹੈ, ਨਿਰਵੈਰ। ਵੈਰ ਕੌਣ ਕਰਦਾ? ਵੈਰ ਉੱਥੋਂ ਪੈਦਾ ਹੁੰਦਾ ਕੋਈ ਅੱਗੇ ਨਾ ਨਿਕਲ ਜਾਏ, ਮੇਰੇ ਨਾਲੋਂ ਜ਼ਿਆਦਾ ਕਿਉਂ ਹੈ, ਮੇਰਾ ਕੋਈ ਨੁਕਸਾਨ ਨਾ, ਤੇ ਉਸ ਨਾਲੋਂ ਕੋਈ ਅੱਗੇ ਨਿਕਲ ਸਕਦਾ ਦੂਸਰਾ ਰੱਬ ਕੋਈ ਨਹੀਂ, ਨਾ ਉਸ ਦਾ ਕੋਈ ਨੁਕਸਾਨ ਕਰ ਸਕਦਾ। ਪਰਮਾਤਮਾ ਤੇ ਜੋ ਹੈ ਸੋ ਹੈ, ਉਹ ਨਿਰਵੈਰ ਹੈ। ਸਾਡੇ ਲਈ ਇਹ ਜੀਵਨ ਜੁਗਤੀ ਵੀ ਹੈ। ਨਿਰਵੈਰ ਹੋ ਕੇ ਜੀਵੀਏ, ਪਰ ਨਿਰਵੈਰ ਹੋ ਕੇ ਉਹ ਜੀਵੇਗਾ ਜਿਹੜਾ ਨਿਰਭਉ ਹੋਵੇਗਾ। ਡਰਿਆ ਬੰਦਾ ਨਿਰਵੈਰ ਨਹੀਂ ਹੋ ਸਕਦਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਅਕਾਲ ਮੂਰਤ ਉਹ ਐਸਾ ਸਰੂਪ ਹੈ ਜੋ ਕਾਲ ਤੋਂ ਰਹਿਤ ਹੈ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ। ਅਜੂਨੀ ਜੋਨਾਂ 'ਚ ਨਹੀਂ ਆਉਂਦਾ। ਸਹਿਬੰ ਸੁਤੇ ਪ੍ਰਕਾਸ਼ ਹੈ। ਪ੍ਰਾਪਤੀ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਸ਼ਲੋਕ ਸਹਿਜ ਕ੍ਰਿਤੇ ਮਹਲਾ ਪਹਿਲਾ। ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਹਨ। ਪੜ੍ਹ ਪੁਸਤਕ ਸੰਧਿਆ ਬਾਦ। ਇੱਕ ਵਾਕਫੀ ਹੋਰ ਜ਼ਰੂਰੀ। ਆਸਾ ਦੀ ਵਾਰ ਵਿੱਚ 14ਵੀਂ ਪੌੜੀ ਨਾਲ ਇਹ ਸ਼ਲੋਕ ਦਰਜ ਹੈ। ਉਹ ਸ਼ੁਰੂ ਹੁੰਦਾ ਸਿਮਲ ਰੁਖ ਸਰਾਇਰਾ, ਅਤ ਦੀਰਘ ਅਤ ਮੁੱਚ, ਉਹ ਜੇ ਆਵੇਂ ਆਸ ਕਰ ਜਾਹੇ ਨਿਰਾਸ। ਅੱਗੇ ਸ਼ਲੋਕ ਆ ਜਾਂਦਾ, ਉੱਥੇ ਵੀ ਦਰਜ ਹੈ। ਅੱਗੇ 2 ਸ਼ਲੋਕ ਨੇ, ਉਹ ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਤਾਂ ਬ੍ਰਹਮਨ ਹੈ, ਜਾਂ ਇਹ ਕ੍ਰਿਸ਼ਨ ਸਰਬਦੇਵਾ ਦੇਵ ਦੇਵਾ ਤਹ ਆਤਮਾ। ਇਹ ਵੀ 12ਵੀਂ ਪੌੜੀ ਦੇ ਨਾਲ ਦੋਵੇਂ ਸ਼ਲੋਕ ਦਰਜ ਨੇ। ਉੱਥੇ ਉਹ ਦੋਵੇਂ ਸ਼ਲੋਕ ਮਹਲਾ ਦੂਜਾ ਦੇ ਸਰਲੇਖ ਹੇਠ ਦਰਜ ਨੇ। ਇੱਥੇ ਉੱਥੇ ਵੀ ਆਸਾ ਦੀ ਵਾਰ ਵਿੱਚ ਇਸੇ ਤਰ੍ਹਾਂ ਮਹਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦ। ਬ੍ਰਾਹਮਣ ਪੁਸਤਕਾਂ ਪੜ੍ਹਦਾ, ਸੰਧਿਆ ਕਰਦਾ ਔਰ ਚਰਚਾ ਵੀ ਕਰਦਾ। ਭਾਵ ਉਹ ਚਰਚਾ ਜਿਸ ਚਰਚਾ ਦੇ ਵਿੱਚ ਦੂਸਰੇ ਨੂੰ ਹਰਾਉਣ ਵਾਸਤੇ ਕੁਝ ਦਲੀਲਾਂ ਨੇ। ਗੁਰੂ ਸਾਹਿਬ ਜੀ ਨੇ ਕਿਹਾ ਸੀ ਚਰਚਾ 4 ਪ੍ਰਕਾਰ ਦੀ ਹੈ, 2 ਪ੍ਰਕਾਰ ਦੀ ਕਰ ਲੈਣੀ, 2 ਨਾ ਕਰਨੀ।
ਹੇਤਵਾਦ ਕਰ ਲੈਣੀ, ਵਤੰਡਾ ਜਲਪਾ ਛੱਡਦੇ ਨੇ। ਦਲੀਲਾਂ ਐਸੀਆਂ ਚੁਣਨੀਆਂ ਕਿ ਦੂਸਰੇ ਨੂੰ ਹਰਾ ਸਕਾਂ, ਦੂਸਰੇ ਨੂੰ ਖੰਡਨ ਮੰਡਨ ਕਰ, ਭਾਵੇਂ ਉਹ ਠੀਕ ਹੀ ਹੈ ਪਰ ਉਹਨੂੰ ਹਰਾਵਾਂ, ਇਹ ਨਾ ਕਰਨਾ। ਜ਼ਿਆਦਾ ਆਉਂਦਾ ਪ੍ਰੇਮ ਨਾਲ ਸਮਝਾ ਦੇਣਾ, ਘੱਟ ਆਉਂਦਾ ਹੱਥ ਜੋੜ ਕੇ ਪੁੱਛ ਲੈਣਾ। ਪਰ ਇਹ ਤੇ ਮੁਕਾਬਲਾ ਹੁੰਦਾ ਸੀ, ਸਾਹਮਣੇ ਸਾਹਮਣੇ ਮਨ 'ਚ ਲੱਗ ਜਾਣੇ। ਜਿਵੇਂ ਧਰਮ ਯੁੱਧ ਹੁੰਦਾ, ਇਸੇ ਤਰ੍ਹਾਂ ਜਿਹੜਾ ਜਿੱਤ ਜਾਏ ਦੂਸਰੇ ਦੀਆਂ ਕਿਤਾਬਾਂ ਖੋਹ ਕੇ ਲੈ ਜਾਂਦਾ ਸੀ। ਪੜ੍ਹ ਪੁਸਤਕਾਂ ਪੜ੍ਹ ਕੇ ਸੰਧਿਆ, ਇਹ 3 ਸੰਧਿਆ ਸਨ ਜਿਹਨੂੰ ਕਿ ਸੰਧੀ। ਉਸ ਵੇਲੇ ਨੂੰ ਨਾ ਤੁਸੀਂ ਕਹਿ ਸਕਦੇ ਹੋ ਦਿਨ ਹੈ ਨਾ ਰਾਤ ਆ। ਸਵੇਰੇ ਜਦੋਂ ਦਿਨ ਚੜ੍ਹਦਾ ਉਸ ਵੇਲੇ ਇਹ ਕੁਸ਼ਨ ਐਸੇ ਨੇ ਨਹੀਂ ਕਹਿ ਸਕਦੇ ਕਿ ਕਿਉਂਕਿ ਰਾਤ ਮੁੱਕਣ 'ਤੇ ਆ ਗਈ ਹੈ, ਦਿਨ ਪੂਰਾ ਚੜ੍ਹਿਆ ਨਹੀਂ। ਸ਼ਾਮੀ ਫੇਰ ਐਸਾ ਸਮਾਂ ਹੈ ਦੁਪਹਿਰ ਹੈ, ਇਹ ਨਹੀਂ ਕਹਿ ਸਕਦੇ ਕਿ ਹੁਣ ਪਿਛਲਾ ਆ ਗਿਆ ਜਾਂ ਪਹਿਲਾ ਆ ਗਿਆ। ਸੰਧਿਆ ਮੇਲ, ਸੰਧਿਆ ਕਰਦਾ, ਚਰਚਾ ਝਗੜਾ ਕਰਦਾ। ਸਿਲ ਪੂਜਸ ਬਗਲ ਸਮਾਧੰ, ਸਿਲ ਦਾ ਅਰਥ ਹੁੰਦਾ ਪੱਥਰ ਪੂਜਦਾ, ਸਮਾਧੀ ਤੇ ਲਾਉਂਦਾ ਪਰ ਬਗਲੇ ਵਾਲੇ। ਬਗਲੇ ਨੂੰ ਧਿਆਨ ਨਾਲ ਕਿਤੇ ਵੇਖਣਾ, ਮੈਂ ਵੇਖਿਆ ਜੇ ਮੌਕਾ ਮਿਲੇ ਕਿਤੇ ਨਦੀ ਤੇ ਵੇਖਣਾ, ਇੱਕ ਲੱਤ ਦੇ ਭਾਰ ਖਲੋਤਾ। ਮੱਛੀਆਂ ਵਿਚਾਰੀਆਂ ਫਸ ਜਾਂਦੀਆਂ ਨੇ ਕਿ ਮਹਾਨ ਤਪਸਵੀ ਸੁਣੇ ਕਿ ਇੱਕ ਲੱਤ ਦੇ ਭਾਰ ਖਲੋਂਦੇ ਨੇ, ਅੱਖਾਂ ਵੀ ਬੰਦ ਨੇ ਔਰ ਲਿਬਾਸ ਵੀ ਬੜਾ ਸੋਹਣਾ ਚਿੱਟਾ, ਪਰ ਨੀਅਤ ਉਸਦੀ ਕੀ ਹੈ, ਕੋਈ ਮੱਛੀ ਨੇੜੇ ਤੇ ਆਏ ਫਿਰ ਬਚ ਕੇ ਨਹੀਂ ਜਾਂਦੀ। ਸਮਾਧੀ ਹੈ, ਪਖੰਡ ਜਿਹੜਾ ਕਰੇ ਉਹਦੀ ਸਮਾਧੀ ਨੂੰ ਕਿਹਾ ਬਗਲ ਸਮਾਧਨ। ਬਗਲੇ ਵਾਲੀ ਸਮਾਧੀ ਲਾਉਂਦਾ, ਮੁੱਖ ਝੂਠ ਬੇਬੂਖਣ ਸਾਰ, ਮੂੰਹ ਤੋਂ ਝੂਠ ਬੋਲਦਾ ਤੇ ਫਿਰ ਝੂਠ ਨੂੰ ਬੇਬੂਖਣ ਹੁੰਦੇ ਨੇ ਗਹਿਣੇ, ਗਹਿਣਿਆਂ ਨਾਲ ਸ਼ਿੰਗਾਰਦਾ। ਸੱਚ ਹੈ, ਜੇ ਸੱਚ ਬੋਲਣਾ ਹੋਵੇ ਤੇ ਕੁਛ ਵੀ ਕਰਨ ਦੀ ਲੋੜ ਨਹੀਂ, ਪਰ ਝੂਠ ਬੋਲਣਾ ਹੋਵੇ ਸ਼ਿੰਗਾਰਨ ਦੀ ਲੋੜ ਹੈ। ਕੋਈ ਸਿਆਣਿਆਂ ਨੇ ਤੇ ਕਿਹਾ ਜਿਹੜਾ ਬੰਦਾ ਬਹੁਤ ਚਤਰ ਹੁਸ਼ਿਆਰ ਨਹੀਂ ਨਾ, ਉਹ ਝੂਠ ਨਾ ਬੋਲੇ। ਝੂਠ ਬੋਲਣ ਦੀ ਕਲਾ, ਕਿਉਂਕਿ ਝੂਠ ਨੂੰ ਸੱਚ ਬਣਾਉਣਾ। ਨਕਲੀ ਚੀਜ਼ ਨੂੰ ਜ਼ਿਆਦਾ ਚਮਕਾਉਣਾ ਪੈਂਦਾ ਤਾਂ ਕਿ ਦੂਸਰਾ ਫਸ ਜਾਏ, ਉਹਨੂੰ ਗਹਿਣੇ ਪਾਉਂਦਾ, ਦਲੀਲਾਂ ਦੇ ਗਹਿਣੇ ਪਾਉਂਦਾ, ਚੰਗੇ ਚੰਗੇ ਸ਼ਬਦ ਸੁਣਦਾ, ਉਹਨਾਂ ਸ਼ਬਦਾਂ ਨੂੰ ਨਾਲ ਜੋੜਦਾ, ਭੁੱਖ ਤੋਂ ਬੋਲਦਾ ਝੂਠ, ਤੇ ਫਿਰ ਸ੍ਰੇਸ਼ਟ ਗਹਿਣੇ ਉਹਨਾਂ ਨੂੰ ਪਾਉਂਦਾ। ਸਾਰੰਗ ਦਾ ਅਰਥ ਹੈ ਸ੍ਰੇਸ਼ਟ, ਤ੍ਰਿਪਾਲ ਤੇ ਹਾਲ ਵਿਚਾਰੰਗ। ਤਿੰਨੇ ਵੇਲੇ ਪੜ੍ਹਦਾ ਹੀ ਨਹੀਂ ਗਾਇਤਰੀ ਮੰਤਰ, ਤਿੰਨਾਂ ਪਾਲਾਂ ਵਾਲੀ, ਉਸ ਦਾ ਵਿਚਾਰ ਵੀ ਕਰਦਾ। ਓਮ ਭੂਰਭੁਵः ਸਵः ਤਤ੍ ਸਤੁਰ ਵਰਨਯੰ ਭਰਗੋ ਦਿਵਸਯ ਧੀਮਹਿ ਧੀਯੋ ਨ ਪ੍ਰਚੋਦਯਾਤ੍। ਇਹ 3 ਵੇਲੇ ਪੜ੍ਹਦਾ। ਗਲ ਮਾਲਾ ਤਿਲਕ ਲਿਲਾਟੰ, ਗਲ 'ਚ ਮਾਲਾ ਰੱਖਦਾ, ਲਿਲਾਟ ਹੁੰਦਾ ਮੱਥਾ, ਮੱਥੇ ਉੱਤੇ ਤਿਲਕ ਵੀ ਲਾਉਂਦਾ। 2 ਧੋਤੀਆਂ ਕੋਲ ਨੇ, ਕਪਾਟ ਤੇ ਕਪਾਟ ਹੈ, ਮੱਥਾ ਇੱਥੇ ਬਸਤਰ ਰੱਖਦਾ। ਜੋ ਜਾਨਸ ਬਰਮ ਕਰਮ, ਪਰਮਾਤਮਾ ਨੂੰ ਪਾਉਣ ਵਾਲੇ ਕਰਮ ਜਿਹੜਾ ਜਾਣਦਾ ਹੈ ਕਿ ਉਸ ਨੂੰ ਪਾਉਣ ਵਾਲਾ ਕਿਹੜਾ ਕਰਮ ਹੈ। ਮੇਰੇ ਪਾਤਸ਼ਾਹ ਨੇ ਤੇ ਫੈਸਲਾ ਹੀ ਦੇ ਦਿੱਤਾ, ਕਹਿੰਦੇ ਨੇ ਇੱਕ ਕਰ ਲੈ ਸਾਰਾ ਹੀ ਹੋਗਾ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਗੱਲ ਧਿਆਨ 'ਚ ਲੈ ਲੈਣੀ, ਉਹ ਇਹ ਕਿ ਜਿਹੜਾ ਕਰਮ ਵੀ ਕਰਦੇ ਆ, ਭਾਵੇਂ ਕੋਈ ਵੀ ਹੋਵੇ, ਧਾਰਮਿਕ ਕਰਮ ਆਖਿਆ ਜਾਏ, ਜਿਹੜਾ ਕਰਦੇ ਆ ਹੰਕਾਰ ਵੱਧ ਜਾਏ ਕਿ ਮੈਂ ਦੂਸਰਿਆਂ ਤੋਂ ਸ੍ਰੇਸ਼ਟ ਹਾਂ, ਉਹ ਕਰਮ ਡੋਬੇਗਾ, ਉਸ ਨੇ ਨਹੀਂ ਧਾਰਨਾ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਕਿ ਤੀਰਥਾਂ ਤੇ ਚੱਲੇ ਆ, ਮੈਲ ਉਤਾਰ ਕੇ ਆਵੀਂ, ਕੋਈ ਐਸਾ ਤੀਰਥ ਲੱਭ ਕਿਤੇ ਵਧਾ ਕੇ ਨਾ ਆ ਜਾਈਂ। ਸਵਾਮੀ ਰਾਮ ਤੀਰਥ ਬੈਠੇ ਸਨ ਇੱਕ ਵਾਰੀ ਗੰਗਾ ਦੇ ਕਿਨਾਰੇ, ਤੇ ਇੱਕ ਸੱਜਣ ਨੇ ਪੁੱਛ ਲਿਆ, ਸਵਾਮੀ ਜੀ, ਕਿਉਂਕਿ ਬੜੀ ਗਿਆਨ ਦੀ ਗੱਲ ਕਰਦੇ ਸਨ, ਕਹਿਣ ਲੱਗੇ ਸੁਣਿਆ ਇੱਥੇ ਨਹਾਤਿਆਂ ਇੰਨੀ ਦੁਨੀਆ ਆਉਂਦੀ, ਪਾਪ ਉਤਰ ਜਾਂਦੇ ਨੇ। ਹੱਸ ਕੇ ਕਹਿਣ ਲੱਗੇ ਸਾਰੇ ਹੀ ਉਤਰ ਜਾਂਦੇ ਨੇ, ਪਰ ਨਾਲ ਇਹ ਵੀ ਪੁੱਛ ਕੇ ਜਾਂਦੇ ਕਿੱਥੇ ਨੇ। ਕਹਿਣ ਲੱਗੇ ਇਹ ਵੀ ਦੱਸ ਦਿਓ। ਕਹਿਣ ਲੱਗਾ ਰੁੱਖਾਂ ਤੇ ਝਾੜਾਂ ਤੇ ਬੈਠ ਜਾਂਦੇ ਨੇ, ਉਤਰ ਜਾਂਦੇ ਨੇ, ਝਾੜਾਂ ਤੇ ਬੈਠ ਜਾਂਦੇ ਨੇ, ਜਦੋਂ ਨਹਾ ਕੇ ਨਿਕਲਦਾ ਫਿਰ ਚਿੰਬੜ ਜਾਂਦੇ ਨੇ। ਉਹਨੇ ਤੇ ਇੱਕ ਵਿਅੰਗ ਕੀਤਾ ਸੀ, ਸੱਚ ਹੈ, ਉਹ ਹੀ ਨਹੀਂ ਚਿੰਬੜਦੇ, ਹੋਰ ਚਿੰਬੜ ਜਾਂਦੇ। ਇੱਕ ਹਉਮੈ ਦਾ ਨਵਾਂ ਲੱਗ ਗਿਆ, ਮੈਂ ਤੀਰਥ ਯਾਤਰੀ।
कर्म कांड करने वाला बंदा पत्थर दिल हो जाता है, कठोर हो जाता, प्रेम तो उत्थे रहिंदा नहीं। एक कर्म कांडी सन जिन्हों सोचानंद कहने, एक कर्म कांडी सन। जिस काजी ने साहबजादियां लई फतवा दिता, कर्म कांडी बंदा, उत्थे प्रेम किथे। जो जानस ब्रह्म कर्म, परमात्मा दे पाउण दे किहड़े कर्म ने, सब फोकट निश्चय कर्म। निश्चय ये कर्म उसनूं फोकट जापदे ने कि मैं गिनती करदा रहा, इन्ने हो गए, ये हो गया, ये हो गया। ये तो वेख्या ही नहीं अंदरों की होया। बाहरों तो गिनदा रहा, ठाठ तीर्थ कर ले, पर अंदरों पुरंचक मात्र मैल उतरी। तीर्थ नहाए ना उतरस मैल, कर्म धर्म हौ मैं बिक फैल। तीर्थ नामन जाओ, तीर्थ नाम है। तीर्थ शब्द विचार अंतर ज्ञान है, कहो नानक निश्चय ते आवे। साहब जी फरमा रहे ने, निश्चय करके, निश्चय की है प्रतीत एक शरदा, ते शरदा की है अंधेवा करी जानी नहीं। शरदा एक ऐसी अवस्था है जिथे शक नहीं रह जाता। याद रखना, शरदा वो है जिमें भाई लहने कह दिता सी, बाबा जी ये सूरज गलत हो सकता है, चंद गलत हो सकता है, दिन रात गलत हो सकते ने, गुरु नानक गलत नहीं हो सकते। मेरा सतगुरु ने कह दिता रात है तो रात है, दिन है तो दिन है, इनू कहते ने शरदा। गुरु ते शरदा आरा सामने है, तोड़ सके। साड़ी तो शरदा वेखे एडी कच्ची गई वारी। एक सज्जन कहते अद्धा घंटा बरसात ना हटी तो मेरी आ शरदा टुट जाएगी कि क्या काम होना जरूरी, कोई हद हो गई है। तेरी शरदा लई रब तू चाहे तो बदल पाए, चाहे तो ना पाए। तू तो कल आखेगा सूरज आ चढ़िया तो मेरी शरदा टुट जाएगी, फिर सूरज ना चढ़े, सूरज ना अस्त होवे। परमात्मा ऐसिया गल्लां ते असीं खड़ा करना चाहते हैं नहीं। एक होर बेनती करा, अरदास करन लगा भी यह ध्यान रखना, शरदा नाम देने अरदास जोदड़ी अरदास है कि मेरा हुक्म है कि ये भी कर, ये भी कर, ये भी कर, ये भी कर। अरदास किते हुक्म ना बन जाए, जोदड़ी रह जाए कि दातिया तरला है साडा, मन ले तेरी मर्जी। नहीं तो जो करें जो तुद भावै साई भली कार। रब दे प्यारे उन्हां दा निश्चय ऐसा है, भावें कुछ हो जाए। जो राज दें तो कमन बढ़ाए, भी जो भीख मंगावे तो क्या घट जा, उन्हां दा निश्चय नहीं टुटदा। भावें भिखिया मंगा देवे, भावें राज दे देवे, बिन सतगुर वाट न पावै। सतगुरु तो बिना मार्ग नहीं लभदा, मार्ग वो नहीं प्राप्त कर सकता। इस तो अगला श्लोक है, नेफलं तस जन्मस्य जावद ब्रह्म न बिंदिते। नेफलं का अर्थ है निष्फल, जिसनों कोई फल नहीं लगता। तस्य इसका अर्थ है उस दा, तिस दा, उस मनुख दा। जन्मस्य जन्म, जावत जदों तक, ब्रह्म न बिंदते, ब्रह्म नाल पछाण नहीं होंदी, ब्रह्म ज्ञानी नहीं। स्पष्ट जिहा सौखा जिहा शब्द है, जदों तक ब्रह्म ज्ञानी नहीं हुंदा इहदा जन्म व्यर्थ। असीं इसे समझ लिया ब्रह्म ज्ञानी तो कुछ बंदियां दा ही काम है। वड्डे वड्डे महापुरख जी ब्रह्म ज्ञानी कईयां नाल असीं जोड़ दिता ते आप नहीं सोचिया ये तो मैं भी करना। ब्रह्म ज्ञानी होने वास्ते हर जीव आया है, जे रब च लीन होने वास्ते आया हर एक लिए कहा, किते नहीं कहा गुरु ने कि जिन्ने क बैठे हो दो चाउन लई, एक दो लई ब्रह्म रब मिलन की वारी है, ऐसा तो नहीं। पढ़ते हो, याद है तुहानू सारियां नू, भाई प्राप्त मानक देहोरिया गोबिंद मिलन की है तेरी बरिया। जिस कोल भी शरीर है गोबिंद मिलन की वारी है, देहोरी है तो गोबिंद की वारी है, तो मेल होना हो तो ब्रह्म ज्ञान है। ये तो हर जीव जानन लई आया है, उस विच लीन होने वास्ते आया। सागं संसार स गुर प्रसादी तरह के
ਇਹਦਾ ਅਰਥ ਹੈ ਕਈ। ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਸਾਗਰ ਕਈ ਤਰ ਜਾਂਦੇ ਨੇ। ਕਰਨ ਕਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਕਰਨ ਇਹ ਸ੍ਰਿਸ਼ਟੀ ਕਾਰਨ, ਸ੍ਰਿਸ਼ਟੀ ਦਾ ਮੂਲ, ਸ੍ਰਿਸ਼ਟੀ ਨੂੰ ਬਣਾਉਣ ਦੇ ਸਾਰ ਕਾਰਜ ਕਰਨ ਦੇ ਉਹ ਸਮਰੱਥ ਹੈ। ਉਸ ਦੇ ਕੋਲ ਸਤਾ ਹੈ। ਸਾਹਿਬ ਜੀ ਕਹਿੰਦੇ ਨੇ ਇਹ ਵਿਚਾਰਕ ਹੈ। ਕਾਰਨ ਕਰਤਾ ਬਸ ਹੈ ਜਿਨ ਕਲ ਰੱਖੇ ਧਾਰ। ਇਹ ਕਾਰਨ ਜੋ ਹੈ ਸ੍ਰਿਸ਼ਟੀ ਬਣਾਉਣ ਦਾ, ਸ੍ਰਿਸ਼ਟੀ ਨੂੰ ਚਲਾਉਣ ਦਾ, ਇਹ ਜਗਤ ਵਿੱਚ ਉਸਨੇ ਆਪਣੀ ਸਤਾ ਰੱਖੀ ਹੈ, ਕਲ ਧਾਰੀ ਹੈ, ਆਪ ਸਤਾ ਟਿਕਾਈ ਹੋਈ ਹੈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣ ਹੈ। ਬ੍ਰਾਹਮਣ ਨੇ ਗੱਲ ਮਿੱਥ ਦਿੱਤੀ ਕਿ ਬ੍ਰਾਹਮਣ ਹੀ ਜਿਹੜਾ ਹੈ ਇਹ ਗਿਆਨਵਾਨ ਹੋ ਸਕਦਾ ਹੈ, ਵੇਦ ਇਹ ਹੀ ਪੜ੍ਹ ਸਕਦਾ ਹੈ। ਯੋਗੀ ਜਿਹੜਾ ਹੈ ਗਿਆਨਵਾਨ ਹੋਵੇ, ਬ੍ਰਾਹਮਣ ਵੇਦ ਜਾਣਦਾ ਹੋਵੇ। ਖੱਤਰੀ ਸ਼ਬਦੰ, ਖੱਤਰੀ ਦਾ ਧਰਮ ਕੀ ਹੈ? ਸ਼ਬਦੰ ਦਾ ਅਰਥ ਹੈ ਧਰਮ। ਸੂਰ ਸ਼ਬਦੰ, ਸੂਰਮਾ ਹੋਵੇ, ਉਹਨੂੰ ਪੜ੍ਹਨ ਦੀ ਲੋੜ ਨਹੀਂ, ਕੋਈ ਵਪਾਰ ਕਰਨ ਦੀ ਲੋੜ ਨਹੀਂ, ਹੋਰ ਕੰਮ ਕਰਨ ਦੀ ਜ਼ਰੂਰਤ ਨਹੀਂ, ਕੇਵਲ ਲੜੇ, ਸੂਰਮਾ ਹੋਵੇ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸ਼ੂਦਰ ਜਿਹੜਾ ਹੈ ਉਹ ਪਰਾਈ ਤਿੰਨਾਂ ਵਰਨਾਂ ਦੀ ਸੇਵਾ ਕਰੇ। ਦੇਸ਼ ਵਿੱਚ ਇਸ ਵਰਨ ਵੰਡ ਨੇ ਬਹੁਤ ਵੱਡਾ ਨੁਕਸਾਨ ਕੀਤਾ। ਇਕਬਾਲ ਨੇ ਗੱਲ ਕਹੀ, ਆਹ ਉਹਨੇ ਅੰਦਰੋਂ ਭਰੀ ਹੈ, ਆਹ ਸ਼ੂਦਰ ਕੇ लिए ਹਿੰਦੁਸਤਾਨ ਗਮ ਖਾਨਾ ਹੈ। ਗਮ ਖਾਨਾ ਕੀ ਹੈ? ਜਿਸ ਘਰ 'ਚ ਕੋਈ ਮਰ ਗਿਆ ਹੋਵੇ, ਸੋਗ ਪੈ ਗਿਆ ਹੋਵੇ, ਉਹ ਕਹਿੰਦਾ ਸ਼ੂਦਰ ਲਈ ਤੇ ਗਮ ਖਾਨਾ। ਸ਼ੂਦਰ ਵਾਸਤੇ ਤੇ ਉਹਦੇ ਘਰ ਨੇਤੀ ਸੋਗ ਪਿਆ ਰਹਿੰਦਾ। ਆਹ ਸ਼ੂਦਰ ਕੇ लिए ਹਿੰਦੁਸਤਾਨ ਗਮ ਖਾਨਾ ਹੈ, ਦਰਦੇ ਇਨਸਾਨੀ ਕੇ लिए ਇਸ ਬਸਤੀ ਦਾ ਘਰ ਬੇਗਾਨਾ ਹੈ। ਅਸਲ ਵਿੱਚ ਚਾਰੇ ਵਰਨ ਜਿਹੜੇ ਸਨ ਇਹ ਵਰਗ ਸਨ, ਵਰਨ ਨਹੀਂ ਸਨ। ਪਰ ਗੱਲ ਹੋਰ ਦੀ ਹੋਰ ਪਾਸੇ ਚਲੀ ਗਈ। ਕੁਛ ਬੰਦੇ ਐਸੇ ਨੇ, ਉਹਨਾਂ ਦੀ ਬਿਰਤੀ ਐਸੀ ਹੈ ਕਿ ਰੋਟੀ ਤੋਂ ਵੱਧ ਕੁਝ ਨਹੀਂ, ਅੱਜ ਕਰ ਲਈ ਤੇ ਖਾ ਲਈ, ਕੋਈ ਫਿਕਰ ਨਹੀਂ। ਇਹ ਅੱਜ ਜਿਵੇਂ ਪਸ਼ੂ ਹੈ, ਗਿਆ ਚਾਰਾ ਚਰ ਲਿਆ, ਪੇਟ ਭਰਿਆ, ਸੌਂ ਗਿਆ, ਇਹਨੂੰ ਕਹਿ ਲਓ ਸ਼ੂਦਰ ਬਿਰਤੀ। ਰੋਟੀ ਤੋਂ ਉੱਤੇ ਸੋਚਦਾ ਹੀ ਨਹੀਂ। ਦੂਸਰਾ ਸੀ ਕਿ ਨਹੀਂ ਕੱਲ ਕੀ ਖਾਵਾਂਗਾ, ਅੱਜ ਤੇ ਹੈ, ਕੱਲ ਕੀ ਖਾਵਾਂਗਾ, ਪਰਿਵਾਰ ਕੀ ਖਾਏਗਾ। ਉਹਨੇ ਆਖਿਆ ਕਮਾਓ, ਉਹ ਵਪਾਰੀ ਬਣ ਗਿਆ। ਤੀਸਰਾ ਇਹ ਸੀ ਕੱਲ ਕੋ ਖੋ ਕੇ ਲੈ ਗਿਆ, ਫੇਰ ਰਖਵਾਲੀ ਵੀ ਤੇ ਚਾਹੀਦੀ ਹੈ, ਸੂਰਮਾ ਹੋਣਾ ਚਾਹੀਦਾ। ਚੌਥਾ ਸੀ ਕਿ ਖਾ ਪੀ ਤੇ ਲਿਆ, ਬਚਾ ਵੀ ਲਿਆ, ਦੁਸ਼ਮਣਾਂ ਤੋਂ ਰੋਕ ਵੀ ਲਿਆ, ਲੇਕਿਨ ਮੈਂ ਸੰਸਾਰ ਤੇ ਆਇਆ ਕਿਸ ਵਾਸਤੇ ਹਾਂ? ਹੁਣ ਬਿਰਤੀਆਂ ਤੇ ਹੈ ਸਨ। ਗੁਰੂ ਸਾਹਿਬ ਜੀ ਨੇ ਕਿਹਾ ਸ਼ੂਦਰ ਨੂੰ ਉੱਨਤ ਕੀਤਾ ਜਾਏ, ਉਹ ਕੱਲ ਬਾਰੇ ਸੋਚ ਸਕਦਾ। ਉਹੀ ਬੰਦਾ, ਉਹੀ ਬੰਦਾ ਸੂਰਮਾ ਹੋ ਕੇ ਰਖਵਾਲੀ ਵੀ ਕਰ ਸਕਦਾ। ਉਹੀ ਬੰਦਾ ਇਹ ਵੀ ਸੋਚ ਸਕਦਾ ਮੈਂ ਸੰਸਾਰ ਤੇ ਕਿਉਂ ਆਇਆ। ਮੈਂ ਸਤਿਕਾਰਯੋਗ ਭਗਤ ਰਵਿਦਾਸ ਜੀ ਨੂੰ ਸ਼ੂਦਰ ਨਹੀਂ ਕਹਿੰਦਾ, ਬਿਲਕੁਲ ਨਹੀਂ। ਮੈਂ ਕਹਾਂਗਾ ਉਹਨਾਂ ਵਿੱਚ ਸਾਰੇ ਹੀ ਗੁਣ ਨੇ। ਉਹਨਾਂ ਆਪ ਵੀ ਕਿਹਾ, ਉਹ ਕਹਿੰਦੇ ਨੇ ਮੈਂ ਬ੍ਰਾਹਮਣ ਵੀ ਕਿਉਂ ਆਖਾਂ, ਹੁਣ ਤੇ ਬ੍ਰਾਹਮਣ ਵੀ ਆ ਕੇ ਚਰਨ ਫੜਦੇ ਨੇ। ਬਿਪਰ ਪ੍ਰਧਾਨ ਤੇ ਕਰਨ ਡਾਓ ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਔਰ ਇਹ ਕੋਈ ਪਤਾ ਨਹੀਂ ਕਿ ਬ੍ਰਾਹਮਣ ਦੇ ਘਰ ਸ਼ੂਦਰ ਪੈਦਾ ਹੋ ਜਾਏ ਤੇ ਸ਼ੂਦਰ ਦੇ ਘਰ ਬ੍ਰਾਹਮਣ ਪੈਦਾ ਹੋ ਜਾਏ। ਗੱਲ ਤੇ ਹੈ ਰੁਚੀਆਂ ਦੀ, ਗੱਲ ਜ਼ਾਤ ਤੇ ਨਹੀਂ। ਨੁਕਸਾਨ ਹੋ ਗਿਆ, ਜਨਮ ਨਾਲ ਜਾਤ ਜੋੜ ਦਿੱਤੀ ਗਈ, ਇਹ ਨਹੀਂ ਸੀ ਜੋੜਨੀ। ਹੋ ਸਕਦਾ ਹੈ ਕੱਲ ਨੂੰ ਬ੍ਰਾਹਮਣ ਜੁੱਤੀਆਂ ਦੀ ਦੁਕਾਨ ਪਾ ਲਵੇ, ਉਹਦੀ ਚੰਗੀ ਚੱਲ ਜਾਏ, ਕਰੋੜਾਂ ਰੁਪਈਏ ਕਮਾਏ, ਸ਼ੂ ਮੇਕਰ ਹੋ ਜਾਏ, ਹਰਜ਼ ਕੀ ਹੈ। ਤੇ ਕੱਲ ਨੂੰ ਇੱਕ ਚਮਾਰਾਂ ਦਾ ਲੜਕਾ ਉਹ ਉੱਠ ਕੇ ਵੇਦ ਪੜ੍ਹਨ ਲੱਗ ਪਵੇ, ਹਰਜ਼ ਕੀ ਹੈ। ਨਹੀਂ, ਇਸ ਵਰਨ ਵੰਡ ਨੇ ਨੁਕਸਾਨ ਕੀਤਾ। ਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਨੇ ਧਾਰਨਾ ਤੇ ਹੈ ਕਿ ਯੋਗੀ ਦਾ ਧਰਮ ਕੀ ਹੈ, ਗਿਆਨਵਾਨ ਹੋਵੇ। ਬ੍ਰਾਹਮਣ ਦਾ ਧਰਮ ਕੀ ਹੈ, ਵੇਦ ਪਾਠੀ ਹੋਵੇ। ਛਤਰੀ ਦਾ ਧਰਮ ਕੀ ਹੈ, ਸੂਰਮਾ ਹੋਵੇ। ਸ਼ੂਦਰ ਤਿੰਨੋਂ ਵਰਨਾਂ ਦੀ ਸੇਵਾ ਕਰਿਓ। ਕਹਿੰਦੇ ਨੇ ਮੇਰੇ ਕੋਲ ਪੁੱਛੋ, ਸਾਰੇ ਗੁਣ ਆ ਜਾਣਗੇ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ
ਜਾਣ ਸੁਭਿਓ, ਇਸ ਭੇਦ ਨੂੰ ਕੋਈ ਜਾਣਦਾ ਹੋਵੇ। ਸਾਰਿਆਂ ਦਾ ਮੁੱਢਲਾ ਧਰਮ ਇੱਕ ਹੀ ਹੈ। ਉਹ ਕਿਹੜਾ? ਉਹ ਹੈ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ, ਕਿ ਸਾਰੇ ਰੱਬ ਦੇ ਨੇ, ਪ੍ਰਮਾਤਮਾ ਦੇ ਗੁਣ ਹਰ ਇੱਕ ਵਿੱਚ ਹੋਣ। ਨਾਨਕ ਤਾਂ ਕੋ ਦਾਸ ਹੈ ਸੋਈ ਨਰਿੰਜਨ ਦਿਓ। ਨਿਰੰਜਨ ਕਾਲਖ ਰਹਿਤ, ਜਿਸ ਨੂੰ ਕੋਈ ਦਾਗ ਨਹੀਂ ਲੱਗਦਾ, ਉਸ ਪ੍ਰਮਾਤਮਾ ਦਾ ਰੂਪ ਮੈਂ ਉਸ ਨੂੰ ਸਮਝਦਾ। ਇਸ ਭੇਦ ਨੂੰ ਕੋਈ ਸਮਝ ਲਵੇ। ਇਹ ਕ੍ਰਿਸ਼ਨ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਇਹ ਕ੍ਰਿਸ਼ਨ ਦਾ ਅਰਥ ਹੈ ਇੱਥੇ ਪ੍ਰਮਾਤਮਾ, ਨਿਰੰਕਾਰ। ਅਵਤਾਰਾਂ ਦੇ ਨਾਮ ਵੀ ਜਿੱਥੇ ਤੇ ਵਰਤੇ ਨੇ ਨਾ, ਉਹਨਾਂ ਦੇ ਨਾਲ ਜੋੜ ਕੇ ਉਹ ਵੱਖਰੇ ਦਿਸਦੇ ਨੇ, ਪਰ ਅਵਤਾਰਾਂ ਦੇ ਨਾਮ ਸਤਿਗੁਰਾਂ ਨੇ ਪ੍ਰਮਾਤਮਾ ਨਾਲ ਇਸ ਅਰਥ ਵਿੱਚ ਬਾਣੀ ਵਿੱਚ ਵਰਤੇ ਨੇ। ਮੈਂ ਥੋੜ੍ਹਾ ਜਿਹਾ ਇਸ਼ਾਰਾ ਕਰਦੇ ਹਾਂ, ਜ਼ਿਆਦਾ ਸਮਾਂ ਨਹੀਂ। ਜਦੋਂ ਤੁਸੀਂ ਇਹ ਪੜ੍ਹੋਗੇ, ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ, ਸਾਫ਼ ਪਤਾ ਲੱਗਦਾ ਕਿਸ ਰਾਮ ਦੀ ਗੱਲ ਕਰ ਰਹੇ। ਇਹ ਪੜ੍ਹੋਗੇ, ਰਾਮ ਚੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ, ਬੰਤਰ ਕੀ ਸੈਨਾ ਸੇਵੀ ਹੈ ਮਨ ਤਨ ਜੋ ਜਿਉ ਪਾਰ, ਪਤਾ ਲੱਗਦਾ। ਪਰ ਜਦੋਂ ਇਹ ਪੜ੍ਹੋਗੇ, ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਂ। ਕਿਹੜਾ ਰਾਮ? ਜਿਸ ਕੇ ਧਾਰੇ ਧਰਨੇ ਆਕਾਸ਼, ਘਟ ਘਟ ਜਿਸ ਕਾ ਹੈ ਪ੍ਰਕਾਸ਼, ਜਿਸ ਸਿਮਰਤ ਪਤਿਤ ਪੁਨੀਤ ਹੋਏ, ਅੰਤ ਕਾਲ ਫਿਰ ਨਾ ਰੋਏ। ਪਤਾ ਲੱਗਦਾ ਇਹ ਕਿਹੜਾ ਰਾਮ ਹੈ। ਇਹ ਉਹ ਹੈ ਜਿਹੜਾ ਸਾਰੇ ਰਮੇ ਹੈ। ਇਸੇ ਤਰ੍ਹਾਂ ਕ੍ਰਿਸ਼ਨ, ਇਹ ਕ੍ਰਿਸ਼ਨ ਦੋ ਜਿਹਨੂੰ ਦੁਆਪਰ ਯੁੱਗ ਦਾ ਅਵਤਾਰ ਕੇ ਇੱਥੇ ਹੈ। ਕ੍ਰਿਸ਼ਨ ਪਰਮਾਤਮਾ, ਸਾਰੇ ਦੇਵਤਿਆਂ ਦਾ ਦੇਵਤਾ, ਦੇਵਤਿਆਂ ਦੇ ਦੇਵਤਿਆਂ ਦੀ ਵੀ ਉਹ ਆਤਮਾ ਹੈ, ਸਭ ਦਾ ਜੀਵਨ ਦਾਤਾ ਹੈ। ਦੇਵ ਦੇਵਾ ਤਾਂ ਆਤਮਾ, ਆਤਮਾ ਸ੍ਰੀ ਵਾਸੁਦੇਵਸਯ। ਉਹ ਆਤਮਾ ਸ੍ਰੇਸ਼ਟ ਆਤਮਾ, ਉਹ ਸਾਰੀਆਂ ਆਤਮਾ ਨੂੰ ਪ੍ਰਕਾਸ਼ਮਾਨ ਕਰਨ ਵਾਲਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਸ ਨੇ ਜੀਵਨ ਦਿੱਤਾ। ਬਾਣੀ 'ਚ ਕਿਹਾ, ਰਾਮ ਗੁਸਾਈਆਂ ਜੀ ਕੇ ਜੀਵਨਾ, ਮੋਹੇ ਨਾ ਬਸਾਰੋ ਮੈਂ ਜਨ ਤੇਰਾ। ਉਹ ਜੀਵਨ ਦਾ ਵੀ ਜੀਵਨ ਹੈ। ਜੇ ਕੋਈ ਉਸ ਦਾ ਭੇਦ ਸਮਝ ਲਵੇ, ਸੱਚ ਹੈ ਭੇਦ ਸਮਝਿਆ ਜਾਏ ਨਾ। ਜੋਤ ਦਾ ਇਹੋ ਤੇ ਗੁਰਮਤਿ ਨੇ ਸਮਝਾਇਆ। ਉਹਨਾਂ ਕਿਹਾ, ਜਾਤ ਦੇ ਨਾਤੇ ਤੱਕ ਨਾ ਰਹਿ ਜਾਣਾ, ਤੁਹਾਡੀ ਮੰਜ਼ਿਲ ਹੈ ਜੋਤ। ਕਰਕੇ ਵਿਖਾ ਦਿੱਤਾ। ਗੁਰੂ 10 ਨੇ, ਜੋਤ ਇੱਕ। ਪਿਆਰੇ 5 ਨੇ, ਜੋਤ ਇੱਕ। ਸਿੱਖ ਤੇ ਕਿੰਨੇ ਨੇ, ਇਸਤਰੀਆਂ ਪੁਰਸ਼ ਕਿੰਨੇ ਨੇ ਸੰਗਤ ਵਿੱਚ, ਜੋਤ ਇੱਕ ਹੈ, ਬਣਦਾ ਪੰਥ। ਅੱਖਰ ਕਿੰਨੇ ਨੇ, ਸ਼ਬਦ ਕਿੰਨੇ, 5867, ਲੇਕਿਨ ਬਣਦਾ ਇੱਕ ਗੁਰੂ ਗ੍ਰੰਥ ਸਾਹਿਬ। ਗੁਰੂ ਇੱਕ ਹੈ, ਪੰਥ ਇੱਕ ਹੈ, ਜੋਤ ਇੱਕ ਹੈ। ਜੋਤ ਉਹ ਜੁਗਤ ਸਾਏ ਸੈ ਕਾਇਆ ਫੇਰ ਪਲਟੀ। ਸਿਆਣਿਆਂ ਵਿਦਵਾਨਾਂ ਇੱਕ ਪ੍ਰਮਾਣ ਦਿੱਤਾ ਕਿ 100 ਦੀਵਾ ਤੁਸੀਂ ਜਗਾ ਕੇ ਰੱਖਦੇ, ਇੱਕ ਸੋਨੇ ਦਾ ਹੋਵੇ, ਇੱਕ ਮਿੱਟੀ ਦਾ ਹੋਵੇ, ਪਿੱਤਲ ਦਾ ਹੋਵੇ, ਤਾਂਬੇ ਦਾ ਹੋਵੇ, ਜਗ ਜਾਣਗੇ ਰੌਸ਼ਨੀ ਇੱਕ ਹੋਵੇਗੀ। ਰੌਸ਼ਨੀਆਂ ਵੱਖ ਵੱਖ ਨਹੀਂ, ਇੱਕ ਦਾ ਰੰਗ ਹੋਰ, ਇੱਕ ਦਾ ਹੋਰ ਨਹੀਂ, ਰੌਸ਼ਨੀ ਇੱਕ, ਸਭ ਦੀ ਇੱਕ। ਉਹ ਜੋਤ ਦੇ ਨਾਤੇ ਹੀ ਅਸੀਂ ਇੱਕ ਹੋ ਸਕਦੇ। ਅੱਜ ਸੰਸਾਰ ਦਾ ਭਲਾ ਹੋ ਸਕਦਾ ਤੇ ਜੋਤ ਦਾ ਅਨੁਭਵ ਕੀਤਿਆਂ ਤੋਂ ਬਿਨਾਂ ਨਹੀਂ। ਜਿਸ ਦਿਨ ਜੋਤ ਦਾ ਅਨੁਭਵ ਹੋਵੇ, ਸੱਚ ਹੈ, ਕਿਸੇ ਦੇ ਮੂੰਹ ਤੇ ਥੱਪੜ ਮਾਰਦਿਆਂ ਬੰਦਾ ਸਮਝਦਾ ਮੇਰੇ ਤੇ ਹੀ ਵੱਜ ਗਿਆ, ਕਿਸੇ ਨੂੰ ਦੁੱਖ ਦਿੰਦਿਆਂ ਸਮਝਦਾ ਤੇ ਮੈਨੂੰ ਹੀ ਪਹੁੰਚ ਗਿਆ, ਕਿਉਂਕਿ ਮੈਂ ਤੇ ਦੂਸਰਾ ਵੱਖ ਨਹੀਂ। ਸਭ ਮੈਂ ਜੋਤ ਜੋਤ ਹੈ ਸੋਏ, ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਸ੍ਰੀ ਵਾਸੁਦੇਵਸਯ। ਜੇ ਕੋਈ ਜਾਣ ਸੁਭਿਓ, ਨਾਨਕ ਤਾਂ ਕੋ ਦਾਸ ਹੈ ਸੋਈ ਨਰਿੰਜਨ ਦਿਓ। ਉਹ ਪ੍ਰਕਾਸ਼ ਰੂਪ, ਕਾਲਖ ਰਹਿਤ, ਨਿਰੰਕਾਰ ਦਾ ਰੂਪ ਹੈ। ਇਹ ਸ਼ਲੋਕ ਸ਼ੁਰੂ ਹੋ ਗਿਆ। ਸਾਹਿਬ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪ੍ਰਮਾਤਮਾ ਇੱਕ ਹੈ, ਸਦਾ ਇੱਕ ਰਸ ਰਹਿੰਦਾ ਹੈ, ਔਰ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਅੱਗੇ ਸ਼ਲੋਕ ਸ਼ੁਰੂ ਹੋਏ ਨੇ। ਸ਼ਲੋਕ ਸੰਸਕ੍ਰਿਤੀ ਮਹਿਲਾ 5ਵਾਂ।
एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। मूल मंत्र तो लैके ये मंगल 33 बार श्री गुरु ग्रंथ साहब विच आया। 4 स्वरूप ने, हर एक मंगल एक ओंकार तो ही शुरू होया ते गुरप्रसाद ते ही समाप्त होंदा। संखेप भी है, ये बड़ा है, अर्थ पिछे आपने सुन लै। कतंच माता कतंच पिता कतंच बनता बनोद सुत। विद्वाना ने थोड़ा जा नखेड़ के कतंचे करके कहता, लेकिन पहले मैं बेनती कर चुका संस्कृत का व्याकरण जिहड़ा इत्थे लागू नहीं हुंदा। ये सहस्कृति है। कुछ विद्वाना ने सियाणियां ने गल कही है कि बाणी नूं बाणी रहण दिओ। भाषा विग्यानियां वांगू ज़्यादा तुसीं विश्लेषण करन लगे, शोध पत्र लिखण लगे तो गल होर पासे चली जाएगी। बहुत सारियां घुंतरां दलीलां लोकी उन्हां दे नाल खंडन मंडन करते रहणगे। सतगुरु को भाषा विग्यान प्रचारण नहीं सुनाए। इत्थे एक होर भी बेनती करा, विचार जिहड़ा चल रहा ना प्रकरण नूं मुख रखे है, बिल्कुल कदी ते काफिए का भी ध्यान नहीं रखे, प्रवाह ही नहीं कहते। मैं तुहानूं सुना दियां, बिन जेवा जो जपे है आए कोई जाने कैसा नाव। है आए और नाव काफिए का तो फर्क पै गया। 4 अष्टपदियां कट्ठियां एक बन गई सोई राग विच। हुण अष्टपदी ते 8 पदे हुंदे, तुहानूं 9-9 मिलणगे, 10-10 मिलणगे। ये ध्यान नहीं कीता, कोई ऐसा बंधन नहीं उन्हें मन्निया। सतगुरां ने विचार की प्रधानता रखी है कि जिहड़ा प्रकरण चल रहा बचन जिहड़ा समझ आ जाए। जैसा कि वह शब्द है एक तलंग राग का पहला, फारसी के बड़े आलम सन एक विद्वान, मैनू कहते नहीं शब्द तो हैगा पदर, इत्थे पिदर क्यों लिखे है? जन पिसर पदर बराबा पदर पिदर है, तो पदर क्यों लिखे है? मैं कहा फारसियां में 7 प्रकार दियां ने, असी तो एक दे कोई शेर याद करी 7 प्रकार। फारसी का विद्वान होना तो बहुत औखी गल है, पर ये दोवें पढ़े जाते हैं। पिदर भी पढ़िया जाता है, पदर भी पढ़िया जाता। तुहानूं होर बेनती करा, काजी भी पढ़िया जाता है, कादी भी। जिहड़े वक्त न पायो कादियां, ये उच्चारण दोवें हैं। इत्थे भी जिहड़ा उच्चारण है ना, इनू वख-वख करन दी लोड़ नहीं। सियाणे विद्वानां दी राय मैं सहमत हाँ इस गल नाल। कतंच, कतंच का अर्थ है किथे दा, जिहड़ा केंद्री भाव है वो की है कि वेखदे वेखदे सारे छड्ड जांदे ने। एक दिन ऐसा है बंदा मरदे बंदे नूं कदी वेखिया है आपने? वो एक एक गल वेखदा, पुत्तर वाल वेखदा ही बचा लवे, पर बचा सकता है? कोई वैद डॉक्टर लै आवे, कोई लाए इंजैक्शन ऐसा बच जावां। पत्नी वाल वेखदा, जे पत्नी पहले जा रही है वो वेखदी है पति बचा लवे। आ भैन भरा बचा। वाकई वो समा कैसा दर्दनाक, फरीदा जिंद नमानी कढ़ीए हड्डां कूकड़ खाए। 4 चपेरे बंदा वेखदा रात। गुरु साहब कहते कोई भी नहीं तेरा सहायक हुण ना, तेनू घर बचाउंदा पिया। इट्टां पत्थर वेख वेख के चित जोड़ छड्डे टाइलां नाल, ये भी नहीं तेनू बचा सकते। धन पदार्थ भी नहीं बचा सकता, सारे ही छड्डी जा रहे हैं। कतन चप्पल मौनी रूपं पेखन ते त्यागं करोत। वेखदे वेखदे सारे त्याग कर गया। कतंच माता किथे गई, मां किथे रह गई। कतंच पिता किथे है, पिता बचा सके। कतंच बनता बनोत सुते। अनेक तरह के कौतक इस्त्री दे पुत्र दे बच्चे नूं खिडाउंदे वेखो। बंदा आपे ही सवाल करी जाता, आपे ही जवाब दे ही जाता है। वह कौतक इस्त्री दे हाव भाव ये किथे रह गए। कतंच भरात मीत हित बंधव, किथे रह जाते ने भरा। उन्हां दी सहायता मित्रां दे जिन्ना हित प्यार है, रिश्तेदारां दा कतंच मोह कुटुंबे ते। ये याद रखना, इस बाणी नूं पढ़दे आ जे ते ਉਹ ਥੱਲੇ ਦੇ ਅੱਖਰ ਦਾ ਮੂੰਹ ਸੱਜੇ ਪਾਸੇ ਨੂੰ ਹੋ ਗਿਆ, ਅੱਧਾ ਯਈਆ ਤੇ ਅੰਦਰ ਨੂੰ ਮੁੜ ਗਿਆ ਤੇ ਉਹ ਅੱਧਾ ਹਾਹਾ। ਇਹ ਧਿਆਨ ਨਾਲ ਪੜਨਾ। ਇੱਥੇ
ਯਈਆ ਹੈ ਅੱਧਾ ਕੁਟੰਬੇ ਅਤੇ ਇਸ ਢੰਗ ਨਾਲ ਇਹਨੂੰ ਬੁਲਾਉਣਾ। ਕਿੱਥੇ ਰਹਿ ਗਿਆ ਕੁਟੰਬ? ਕਤਨ ਚੱਪਲ ਮੋਣੀ ਰੂਪੰ ਪੇਖਨ ਤੇ ਤਿਆਗੰ ਕਰੋ। ਵੇਖਦਿਆਂ ਵੇਖਦਿਆਂ ਹੀ ਚੰਚਲ ਮਾਇਆ ਵੀ ਛੱਡ ਜਾਂਦੀ ਹੈ। ਬੜਾ ਮੋਹ ਕੇ ਸਮਝਿਆ ਸੀ ਕੋਈ ਵੀ ਭੈਣ ਭਰਾ ਕੋਈ ਵੀ ਕੰਮ ਨਾ ਆਇਆ, ਜੇਬ ਚੋਂ ਕੱਢਾਂਗਾ ਮਾਇਆ, ਇਹ ਕੰਮ ਆ ਜਾਏਗੀ, ਪਰ ਉਹ ਵੀ ਰਹਿ ਗਈ। ਕੌਡੀਆਂ ਜੋੜੀਆਂ ਤੇ ਕਰੋੜ ਬਣਾਂਗਾ। ਵੈਸੇ ਸਭ ਤੋਂ ਛੋਟਾ ਸਿੱਕਾ ਸਾਡੇ ਦੇਸ਼ ਦਾ ਸੀ ਕੌਡੀ। ਕਹਿੰਦੇ ਇਹਦੇ ਕੋਲ 4 ਕੌਡੀਆਂ ਵੀ ਨਹੀਂ। ਇਹ ਮੁਹਾਵਰਾ ਵੀ ਹੈ, 4 ਪੈਸੇ ਵੀ ਨਹੀਂ। कबीर कौडी कौडी जोर कह जोर है लाख करोड़, चलती बार ना कश मिलियो लई लंगोटी तोर। मैं अखां नाल आप वेखिया ਨੂੰਹਾਂ लड़ पईयां, सस चढ़ाई कर गई। वो आखे वालियां मैं लाउणियां ने ते वो आखे मैं लाउणियां ने। बई संस्कार तो पहले वालियां किन्ने लाउणियां ਇਹ भी वेखदी जे किते होवे। मत्था टेकदियां सन ਜਿਹੜੀਆਂ ਅੱਜ ਵਾਲੀਆਂ ਤੋਂ लड़ रहीਆਂ ने। सच है कई बार बाप पानी तो प्यासा ही मर जाता है। पुत्र जेडे ने वो सोचते नकली अंगूठा ला के विल केड़ा बना लवे। अवर मरत माया मन तोलै तो भग मुख जन्म वगोया। दूसरे दे मरन ते मैनू की मिलेगा? यदि माया मेरे किन्नी हिस्से आवेगी की मिलेगा? माया भी छड्ड गए। सज्जन ठग नूं गुरु साहब ने कहा सी जिन्हां कोल थोड़ी थोड़ी सी उन्होंने लै बैठी वो मारेगा तो तू इन्नी इकट्ठी कर ली, तेरा की हाल होगा? कोई तेनों भी खूह च सुट्टण वाला जे आ गया फिर। इको बचन नाल समझ गया। गुरु साहब जी ये बचन इसलिए कर रहे ने, कहते ने ध्यान नाल वेख। वैसे जिहड़े मूर्ख बंदे ने उन्हां नाल अपने नाल बतीत होवे तां भी उन्हां नूं समझ नहीं आउंदी, पर सियाणे दूसरिਆਂ ਦੇ अनुभव तो ही अनुभव ले लैंदे। दूसरे नूं वेख के ही समझ लेंदे ने। जो पागलपन इसने कीता मैं ना करा, जो करके ये दुखी होया मैं ना होवां। फिर नाल रहन वाला कौन है? रहंत संग भगवान सिमरन। रहिंदा संग विच भगवान दा सिमरन, परमात्मा दी याद। इत्थे एक बचन होर कहां, जो साडे कोल बाहर है ना, सथोल है साडा, साडे नां जुड़िया कागज़ां ते लिखे है, पर कागज़ां ते ही है ना। जो बाहर है महत्वपूर्ण नहीं तो उसका भरोसा भी कोई नहीं। होर ते होर इंज समझो माया तन करके ही है ना। हीरे तन करके ने, सतूल पदार्थ तन करके ने, ते तन का किन्ना क भरोसा? तन नाल जाएगा। जे तन ही नाल नहीं जाना तो तन का जो शंगार है वो नाल किवें जाएगा? तानी नाल नहीं, ਇਹਦਾ ही कोई भरोसा नहीं। तो जो गुजरान है उसका भरोसा फिर किन्ना का? नाल की जाना है। जो अंदर है, जो गुण ने, जो याद है, जो सिमरती च है, वो तो नाल जाएगा। जे तेरी सिमरती विच बुराई है तो बुराई नाल जाएगी। जे परमात्मा का नाम है तो नाम नाल जाएगा। तू है कि अपने आप को ध्यान नाल वेख। जो ये जाना सो ये ना है। तू हत्थां दा मान करना है, मेरे हत्थां च है कुछ, ये नाल नहीं जाने। नाल की जाएगा? रहंत संग भगवान सिमरन ते लभदा किथों? नानक लभदियों अच्युत तन है। अच्युत का अर्थ हुंदा है जो हिलदा नहीं, डिगदा नहीं, अडोल है। तन का अर्थ हुंदा, तना हुंदा पुत्र। परमात्मा दे बच्चों नूं लभदा ते परमात्मा दे बच्चे कौन ने? एक पंक्ति मैं श्री गुरु ग्रंथ साहब जो सुनावां। वो पंक्ति है कि परमात्मा दे बच्चे सफल जन्म हर जन का उपजयो जिन कीनो सौत विधाता। 2 शब्द ने पंजाबी दे, सौत ते औत। औत वो जिसते घर औलाद ना होवे ते सौत जिसते घर औलाद होवे। परमात्मा भी सौतरा हो गया, सौत हो गया। ਉਹਦੇ पुत्र कौन ने? ਉਹਦੇ भगत। ਤੇ ਜੇ ਰੱਬ ਦੇ ਪੁੱਤਰ ਰੱਬ ਦੇ ਭਗਤ ਨੇ ਤੇ ਫਿਰ ਅਸੀਂ ਕਿਉਂ ਨਹੀਂ ਬਣ ਸਕਦੇ? ਹੈ ਹੀ ਉਸ ਦੇ ਪੁੱਤਰ ਆ। ਗੱਲ ਤੇ ਮੰਨਣ ਦੀ ਆ। ਜੇ ਨਾਮ ਮਿਲਦਾ ਰੱਬ ਦੇ ਪੁੱਤਰਾਂ ਨੂੰ ਤੇ ਪਹਿਲੇ ਰੱਬ ਦੇ ਪੁੱਤਰ ਬਣ ਜਾਈਏ। ਉਸ ਦੇ ਬੱਚੇ ਗੁਰੂ ਸਾਹਿਬ ਨੇ ਵਾਰ-ਵਾਰ याद कराया। आखो ताकि याद आ जाए, भुल ना जाइए। तुम मात पिता
हम बारक तेरे, तुमरी कृपा मैं सो गनेरे। हाँ पूत तेरा, तू बाप मेरा, एक ठा दोहां बसेरा। असी तेरे बच्चे हाँ, हर जी माता, हर जी पिता, हर जी प्रतिपालक, हर जी मेरी सार करे हम हर के बालक। वैसे ते दुश्मनी नाल ते संसार विच भी कुछ नहीं मिलता, ते रब नाल दुश्मनी करके कोई की लै लवेगा। उस नाल मित्रता बना, उस दा बच्चा बन, नाम दी दात मिलेगी। रहंत संग भगवान सिमरन, नानक लब्धंग अच्युतन। त्रिगंत मात पिता स्नेह, धृक स्नेह प्रात बंधवै। जदों कोई स्नेह टुट जाए ना, मित्र आपस में लड़ पैन, एक दूसरे की चुगली निंदिया करन, ते एक गल मूँह सियाणियां दे निकलदी है। वो कहते ने फिटकार इन्हां दी दोस्ती ते। कल इकट्ठे बहिंदे सन, अज आपस में निंदा चुगली करते ने, अज लड़ते पे ने। फिटकार है इहो जे प्यार ते, इहो जी मित्रता ते। गुरु साहब जी कहते ने जिसनों फिटकार ही पैनी है, वो स्नेह स्नेह की होया। त्रिगंत मात पिता स्नेहं, त्रिग स्नेहं प्रात बंधवै। भरावां दा, रिश्तेदारां दा, माता पिता दा स्नेह कहते ने कोई शाबाश दे योग नहीं। त्रिगन त्रिग स्नेह बनता बना सुता। ये बनता इस्तरे बिलास कौतक, पुत्र दे कौतक, ये भी कुछ सत्कार योग स्नेह नहीं। त्रिक स्नेह ग्रह अर्थ का, ग्रह आर्थक, अर्थ या अर्थक के हुंदा। ये अपना व्यापार करना, घर गृहस्थी दे कम करने, कहते ने भी कोई शाबाश योग कर्म नहीं। फिर शाबाश योग की है, थोड़ी जी विचार अपने सांझी करा। मत समझ लेना कि बड़ा पक्का रिश्ता पति पत्नी का, प्यो पुत्र का, भरावां भरावां का, कुड़मां का। खिमा करना बिल्कुल ही नहीं। ये सारे रिश्ते सुख दे, सुख ते टिके हुए ने। लगातार पुत्र दुख दे ही जाए ना, दुख ही देवे, रोज दुख देवे, रोज दुख देवे। एक दिन बंदा कहता मेरा तेरा कोई रिश्ता नहीं, मैं तेन पुत्र मनन लई तैयार नहीं। भरा भरा मैं कन्ना नाल आ, मैं सुनी सुनाई गल नहीं करता। जानदा उन्हां बंदियां नूं कहंदे ने जी मैं इहनूं भरा नहीं मनदा। क्यों नहीं मनदा? एक मां ने जाया तुहानूं सुख नहीं, दुख मिले है। दुख जिथे मिलता है उत्थे गल टुट जाती है। सतगुरु पातशाह जी कहते ने दुख क्यों मिले है? भरा भरा नूं दुखी क्यों करदा? पुत्र बाप नूं दुखी क्यों करदा? कदी नाम दे आसरे हुंदे तो बिल्कुल ना करते। नाम दे आसरे जिहड़ा हुंदा ना वो तो रिश्ता ही होर हो जांदा। भाई गुरदास ने इसे लिखिया सी, मैं सारे रिश्ते गिन लैना। परिवारां दे रिश्ते उन्हां 3 प्रकार दे काए ने, सानू सब नूं पता है। जरा उन्हां तरतीब दे दित्ती, कहंदे ने सौरा परिवार, नानका परिवार ते दादका परिवार। 3 ने ना। वो कहंदे ने या फिर एक होर नाता है परोतां दा ते जजमानां दा, या नाता भिखारियां दा ते दातियां दा। कहंदे ने सारे लैण देण ते खलोते होए जे। जिस दिन नहीं मिलता, मैं बाणी दा भी एक वाक सुना दियां, दर्शन देखिया दया ना होए, लए दिते बिन रहे ना कोए। जिहड़ा कहंदा जी मैं ते दीदार करना आया, सेवा हो गई, शकन छकाउण नूं मिल गया, कुछ लोड़ पूरी हो गई तो दीदार कर। जिस दिन कुछ ना रहा वेखना, तुसीं बुलाओ तां भी नहीं आउणा। सुख मैं बहुत संगी भाई। ਜਿਹੜੇ संपर्क च ने मित्र, मैं गल कहना हुन्ना, पुत्र दे विआह दा कार्ड वंडण लग्गिआं मित्रां दी गिणती ना करियो। मित्रां दी गिणती करियो जिस दिन किसी मुसीबत विच फसे होए कि तुहाडे किन्ने किन्ने। सुख मैं बहुत संगी भये, दुख मैं संग ना कोय। उथे ते कहा बदबख्ती में कब कोई किसी का साथ देता है, कि तारीकी में साया भी जुदा इंसान से होता है। संग सखा सब तज गए, को न निभ्यो साथ, कहो नानक के बिपत में। इत्थे फिर कौन है? टेक एक रघुनाथ। इसे लिए कहा फिर प्यार ते परमात्मा दा।
नाही ददसार पिता पितामा पर पितामा सज्जन कुटुंब सुत बांधव न भ्राता है। नाही ननसार माता पर मात बिरद माता मामी मामा मासी मौसा विविध बिख्याता है। नाही ससरार सास ससरा सारो सारी, नाही वृत्ति सर न जाचक न दाता है। असन बसन धन धाम काहू मैं ना देखियो, जैसो गुरसिख साध संगत को नाता है। ये नाता नाम दे आसरे, सिੱਖੀ ਦਾ ਰਿਆਸਤ ਕੀ ਹੈ, ਭਰਾਵਾਂ ਦਾ ਤੇ ਨਹੀਂ, ਇਹ ਕੋਈ ਰਿਸ਼ਤੇਦਾਰਾਂ ਦਾ ਨਹੀਂ, ਇਹ ਤੇ ਸ਼ਬਦ ਦਾ ਨਾਤਾ ਹੈ। ਇਸ ਲਈ ਇੱਥੇ ਕਹਿ ਦਿੱਤਾ ਸਾਧ ਸੰਗ ਸਨੇਹ ਸਤਿੰ, ਇਹ ਸਨੇਹ ਸਤ ਹੈ ਕਿਉਂਕਿ ਸਤ ਦੇ ਆਸਰੇ ਹੈ। ਮਾਇਆ ਦੇ ਆਸਰੇ ਜਿੰਨੇ ਰਿਸ਼ਤੇ ਨੇ ਮਨਮੁਖਾਂ ਕੇਰੀ ਦੋਸਤੇ, ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ। ਇਹ ਮਿੱਤਰਤਾ ਮੈਂ ਤੁਹਾਨੂੰ ਸੁਣਾਵਾਂ, 1-2 ਮਿੰਟ ਰਹਿ ਗਏ ਦੇ ਵਿੱਚ ਹੀ ਸਮਾਪਤੀ ਕਰਨੀ ਆ। 4 ਮਿੱਤਰ ਰਲ ਕੇ ਤੁਰ ਪਏ ਇਕੱਠੇ ਖਾਂਦੇ, ਮੈਂ ਤੇਰੇ ਤੋਂ ਜਾਨ ਕੁਰਬਾਨ ਕਰਦੇ ਆ, ਮੈਂ ਤੇਰੇ ਤੋਂ ਕਰਦੇ ਆ, ਮੈਂ ਖੂਨ ਦੀ ਬੂੰਦ ਵੀ ਤੇਰੇ ਤੋਂ ਰੋੜਦੇ ਆ। ਬੜੀ ਮਿੱਤਰਤਾ ਚਾਹਾਂ ਦੀ। ਤੇ 4 ਚੋਰ ਸਨ, ਗਏ ਜੰਗਲ 'ਚ ਜਾ ਰਹੇ ਸਨ, ਇੱਕ ਥੈਲੀ ਮਿਲ ਗਈ 100 ਸੋਨੇ ਦੀ ਮੋਹਰ। ਚੋਰਾਂ ਦੀ ਮਿੱਤਰਤਾ, ਬੇਈਮਾਨਾਂ ਦੀ ਮਿੱਤਰਤਾ ਐਸੀ। ਫੱਟ ਇੱਕ ਦੇ ਮਨ 'ਚ ਧਿਆਨ ਆਇਆ, ਨਾਮ ਰਾ 3 ਕਿਉਂ ਆ ਗਏ? ਕਦੀ ਮੈਂ ਇਕੱਲਾ ਹੀ ਅੱਜ ਹੁੰਦਾ ਨਾ 100 ਮਿਲ ਜਾਂਦੀ, ਜ਼ਿੰਦਗੀ ਭਰ ਨਹੀਂ ਸੀ ਮੁੱਕਣੀ। ਹੁਣ ਦਿਲਾਂ ਨੂੰ ਦਿਲਾਂ ਦੇ ਰਾਹ ਤੇ ਹੈ ਤੇ ਚੋਰ ਹੀ ਸਨ, ਸਾਰਿਆਂ ਦੇ ਹੀ ਆ ਗਏ ਯਾਰ। ਇਹ ਕਹਿਣ ਲੱਗਾ ਧਨ ਤੇ ਮਿਲ ਗਿਆ, ਸ਼ਹਿਰ ਲੈ ਕੇ ਗਏ, ਫੜੇ ਨਾ ਜਾਈਏ, ਪਰ ਭੁੱਖ ਲੱਗੀ ਹੈ, ਇੱਕ ਮੇਰੇ ਨਾਲ ਚੱਲੋ ਤੇ ਕੁਝ ਲਿਆਈਏ ਖਾਣ ਲਈ। ਰਾਹ 'ਚ ਉਹਨੂੰ ਗੰਢ ਲਿਆ, ਇਹਨਾਂ ਦੋਵਾਂ ਨੂੰ ਮਾਰ ਦਈਏ ਤੇ ਧਨ ਸਾਡਾ। ਉਹਨਾਂ ਵੀ ਮਗਰੋਂ ਵੇਖ ਲਿਆ, ਕਹਿਣ ਲੱਗੇ ਇਹਨਾਂ ਦੋਵਾਂ ਨੂੰ ਆਉਂਦਿਆਂ ਨੂੰ ਮਾਰ ਦਈਏ, ਧਨ ਸਾਡਾ। ਕੱਲਾ ਮਾਰ ਸਕਦਾ, ਕੱਲਾ ਮਾਰ ਦਿੰਦਾ। ਉਹਨੇ ਕਿਹਾ 2 ਨੇ, ਇਹਨੂੰ ਰਲਾਵਾਂ। ਹੁਣ ਉਹਨਾਂ ਕੀ ਕੀਤਾ, ਪਰੌਂਠੇ ਬਣਵਾਏ ਬੜੇ ਸੋਹਣੇ, ਵਿੱਚ ਪਾਇਆ ਜ਼ਹਿਰ, ਕੋਈ ਖਾਣਗੇ ਤੇ ਮਰਨਗੇ। ਉਹਨਾਂ ਵੀ ਤਲਵਾਰਾਂ ਸੋਤੀਆਂ, ਆਏ ਦੋਵਾਂ ਦੇ ਸਿਰ ਲਾ ਦਿੱਤੇ, ਪਰ ਦੁਰਭਾਗਵਸ਼ ਮਗਰੋਂ ਪਰੌਂਠੇ ਵੀ ਖਾ ਬੈਠੇ। ਉਹ ਵੀ ਮਰ ਗਏ, ਉਹ ਵੀ ਮਰ ਗਏ। ਮੈਂ ਸੋਚਦਾ ਸਾਂ ਇਹੋ ਜਿਹੀ ਦੋਸਤੀ ਇਹ ਚੋਰਾਂ ਦੀ ਗੱਲ ਨਹੀਂ। ਸਾਰੇ ਸੰਸਾਰ ਦੀ ਮਿੱਤਰਤਾ ਜੇ ਤੇ ਖੜੀ ਹੈ ਮਾਇਆ ਤੇ, ਫਿਰ ਤੇ ਇਹੋ ਕੁਛ ਹੈ। ਪਰ ਜੇ ਖਲੋਤੀ ਹੋਈ ਹੈ ਨਾਮ ਤੇ, ਫਿਰ ਤੇ ਦੁਨੀਆ ਦੀ ਦੌਲਤ ਦਿੱਤੀ ਜਾਏ। ਇਸੇ ਦਿੱਲੀ ਦੇ ਵਿੱਚ ਕਿਹਾ ਗਿਆ ਸੀ, ਭਾਈ ਦਿਆਲ ਦਾਸ ਕੀ ਲੈਣਾ ਹੀ ਦੇਗ ਵਿੱਚ ਉਬਲ ਕੇ, ਦੁਨੀਆ ਦੇ ਸੁਖ ਮਾਨ। ਉਹਨਾਂ ਕਿਹਾ ਨਹੀਂ, ਮਿੱਤਰਤਾ ਸੱਚੀ ਹੈ, ਪਿਆਰ ਸੱਚਾ, ਇਹ ਪਿਆਰ ਸਤਿਕਾਰਯੋਗ ਹੈ। ਗੁਰੂ ਦਾ ਤੇ ਸਿੱਖ ਦਾ ਪਿਆਰ ਹੈ। ਦੁਨੀਆ ਦਾ ਪਿਆਰ ਕਿਤੇ ਹੁੰਦਾ? ਦੁਨੀਆ ਦਾ ਪਿਆਰ ਤੇ ਮੈਂ ਵੇਖਿਆ, ਇੱਕ ਪਾਸੇ ਕੋਈ ਕਹਿੰਦਾ ਇਹ ਲੈ, ਉਸੇ ਵੇਲੇ ਛੱਡ ਕੇ ਬੰਦਾ ਪਾਸੇ ਹੁੰਦਾ, ਕਹਿੰਦਾ ਹਾਂ ਮੈਂ ਸਭ ਕੁਛ ਕਰਨ ਵਾਸਤੇ ਤਿਆਰ ਹਾਂ, ਤੂੰ ਮਾਲ ਮੇਰੇ ਹਵਾਲੇ ਕਰ। ਲੇਕਿਨ ਇੱਥੇ ਇੱਕ ਗੱਲ ਕਹੀ ਹੈ, ਸਾਧ ਸੰਗ ਸਨੇਹ ਸਤਿੰ ਸੁਖੰ ਬਸੰਤ ਨਾਨਕ ਹੈ। ਸਾਹਿਬ ਜੀ ਕਹਿੰਦੇ ਨੇ ਸੁਖ ਨਾਲ ਉਹ ਵਸਦੇ ਨੇ। ਕੌਣ? ਜਿਨ੍ਹਾਂ ਦੇ ਕੋਲ ਸੱਚਾ ਪਿਆਰ ਹੈ, ਸੱਚਾ ਸਨੇਹ ਹੈ। ਚੰਗਾ ਹੈ ਕਿ ਸਾਡਾ ਜੀਵਨ ਹੋ ਜਾਏ ਸਤ ਸੰਗ ਦੇ ਆਸਰੇ, ਨਾਮ ਦੇ ਆਸਰੇ। ਨਾਮ ਦੇ ਆਸਰੇ ਹੋਏ ਨਾ, ਜਿਹੜੀਆਂ ਭੈਣ ਭਰਾ ਨਾਮ ਦੇ ਆਸਰੇ, ਉਹਨਾਂ ਭੈਣਾਂ ਦਾ ਪਿਆਰ ਵੀ ਸੱਚਾ, ਉਹਨਾਂ ਭਰਾਵਾਂ ਦਾ ਪਿਆਰ ਵੀ ਸੱਚਾ, ਉਸ ਪਰਿਵਾਰ ਦਾ ਪਿਆਰ ਵੀ ਸੱਚਾ। ਇੱਕ ਪੰਕਤੀ ਪੜ੍ਹਾਂ ਤੇ ਸਮਾਪਤੀ। ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੁਮ ਹੀ ਮੇਰੇ ਪਰਿਵਾਰੇ। ਮੇਰੀ ਓਟ ਵੀ ਤੂੰ ਹੈ, ਮੇਰੇ ਪਰਿਵਾਰ ਦੀ ਓਟ ਵੀ ਤੂੰ ਹੈ। ਮੇਰਾ ਬਲ ਵੀ ਤੂੰ ਹੈ, ਮੇਰੇ ਪਰਿਵਾਰ ਦਾ ਬਲ ਵੀ ਤੂੰ ਹੈ। ਮੇਰਾ ਧਨ ਵੀ ਤੂੰ ਹੈ, ਮੇਰੀ ਬੁੱਧ ਵੀ ਤੂੰ ਹੈ, ਮੇਰੇ परिवार ਦੀ भी तू। मन्ना परिवार ऐसा आधार, जे ऐसा हो जाएगा फिर प्यार। गुरु का सिख तो यतन करे कि प्यार नूं कोई फटकार ना पाए। प्यार माया दे आसरे ते फटकारा, पर प्यार नाम दे आसरे है। फिर ते साच कहो सुन लिहो सबै, जिन प्रेम कियो ते नहीं पायो। ਅੱਜ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਵੀ ਹੈ। ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਤੇ ਇੰਨਾ ਹੀ ਕਹਾਂ ਕਿ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵਾ। ਕੋਈ ਕਮਜ਼ੋਰੀ ਨਹੀਂ, ਬੁਢਾਪਾ ਨਹੀਂ। ਬੰਦਾ ਤੁਰ ਪਵੇ, ਕਿਸੇ ਵੇਲੇ ਵੀ ਤੁਰ ਪਵੇ। ਜਿਹੜਾ ਤੁਰ ਪਿਆ ਉਹ ਪਹੁੰਚ ਗਿਆ। ਗਿਆਨੀ ਜੀ ਨੇ ਆਰੰਭ 'ਚ ਕਿਹਾ
जिन्हों कोई मान ना देवे वो निमाणिया दे मान, नितानिया दे तान, न्योटिया दे ओढ़, निआसरिया दे आसरे, सच आकाश दे तारे ते गिने जान, बसंत दे फुल गिने जान, गंगा दियां लहरां गिनिया जान, पर भले अमरदास गुण तेरे, तेरी उपमा तोहे बनिया वै। ये 15 तरीक तक विचार सतगुरु बख्शिश करे, तुसी सिर ते हथ रखना है, ये विचार करते रहिए। आप जी जिथे जिथे भी कोई सुन रहा है, क्योंकि सारी दुनिया 'च आवाज़ जा रही है मीडिया के कारण। टाइम टीवी चढ़ती कला वाले सज्जनों का धन्यवाद, गुरुद्वारा प्रबंधक कमेटी का बहुत बहुत धन्यवाद। सिंह साहब यानी रंजीत सिंह जी बहुत सहयोग दे रहे हैं, आप संगतां ने सहयोग देना, भुलों की खिमा जी। आओ प्यार सहित फतेह गजाओ। वाहिगुरू जी का खालसा, वाहिगुरू जी की